एक दिन मैं तर भावनी अपना भलो पछान। दीन खान खाना भयो गुर पग बंधन डान। दोहरा एक दिन मैं तर भावनी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਇਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਸਤਿਗੁਰੂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲ ਰਿਹਾ ਹੈ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰੂ ਕੀ ਬਾਣੀ ਦਾ ਕੀਰਤਨ, ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹੈ। ਉਪਰੰਤ ਸਤਿਗੁਰੂ ਜੀ ਦੇ ਪਵਿੱਤਰ ਸਥਾਨਾਂ ਉੱਤੇ ਚੱਲ ਰਹੀ ਲੜੀਵਾਰ ਕਥਾ ਵਿੱਚ ਹਾਜ਼ਰੀਆਂ ਭਰਨ ਦਾ ਮੌਕਾ ਮਿਲ ਰਿਹਾ ਹੈ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਰਚਿਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜੋ ਉਹਨਾਂ ਨੇ ਬੜੀ ਸੁੰਦਰ ਛੰਦਾਬੰਦੀ ਵਿੱਚ ਸਤਿਗੁਰਾਂ ਦਾ ਇਤਿਹਾਸ ਵਰਣਨ ਕੀਤਾ ਹੈ। ਪੁੱਤਰਾਂ ਦੇ ਦਾਨੀ ਸਾਹਿਬੇ ਕਮਾਲ, ਸਰਬੰਸ ਦਾਨੀ ਸਤਿਗੁਰੂ, ਅੰਮ੍ਰਿਤ ਕੇ ਦਾਤੇ, ਬਾਜਾਂ ਵਾਲੇ ਸਤਿਗੁਰੂ, ਤਾਜਾਂ ਵਾਲੇ ਸਤਿਗੁਰੂ, ਨੀਲੇ ਦੇ ਸ਼ਾਹ ਅਸਵਾਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ। ਬੀਤੇ ਕੱਲ੍ਹ ਆਪਾਂ ਸਰਵਣ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੱਲੀ ਤੋਂ ਚੱਲ ਕੇ ਆਗਰੇ ਪਹੁੰਚੇ ਹਨ ਬਹਾਦਰ ਸ਼ਾਹ ਦੀ ਬੇਨਤੀ ਕਰਨ 'ਤੇ। ਬਹਾਦਰ ਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕੀਤੇ। ਆਪਣੇ ਰਾਜ ਮਹੱਲਾਂ ਦੇ ਵਿੱਚ ਆਗਰੇ ਬੁਲਾ ਕੇ ਬਹੁਤ ਸਾਰੀਆਂ ਭੇਟਾਵਾਂ ਅਰਪਣ ਕੀਤੀਆਂ। ਸੁੰਦਰ ਜਿਗਾ ਕਲਗੀ ਭੇਟ ਕੀਤੀ। ਇਸੇ ਪ੍ਰਕਾਰ ਇੱਕ ਬਹੁਤ ਬਹੁਮੁੱਲੀ ਧੁਕ-ਧੁਕੀ ਬੰਦੂਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਵਜੋਂ, ਦਰਸ਼ਨੀ ਭੇਟਾ ਵਜੋਂ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕੀਤਾ ਕਿ ਆਪ ਜੀ ਦੀ ਕਿਰਪਾ ਦੇ ਨਾਲ ਮੇਰਾ ਭਰਾ ਤਾਰਾ ਆਜ਼ਮ ਜੰਗ ਦੇ ਵਿੱਚ ਮਾਰਿਆ ਗਿਆ ਅਤੇ ਆਪ ਜੀ ਨੇ ਮੈਨੂੰ ਇੱਕ ਰੰਕ ਨੂੰ, ਇੱਕ ਕੰਗਾਲ ਨੂੰ ਆ ਪਾਤਸ਼ਾਹੀ ਭੋਗਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਜੇਕਰ ਆਪ ਜੀ ਕਿਰਪਾ ਨਾ ਕਰਦੇ ਤਾਂ ਮੈਂ ਤਾਂ 22 ਲੱਖ ਫੌਜ ਦੇ ਮਾਲਕ ਆਪਣੇ ਭਰਾ ਦੇ ਸਾਹਮਣੇ ਕੁਝ ਵੀ ਨਹੀਂ ਸੀ। ਇਹ ਸਾਰੀ ਬਖਸ਼ਿਸ਼ ਆਪ ਜੀ ਦੀ ਹੋਈ ਹੈ। ਅੱਗੇ ਵਾਸਤੇ ਵੀ ਆਪ ਜੀ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ। ਮੈਂ ਆਪ ਜੀ ਨੂੰ ਕਾਮਲ ਮੁਰਸ਼ਦ ਮੰਨਦਾ ਹਾਂ, ਕਾਮਲ ਪੀਰ ਮੰਨਦਾ ਹਾਂ। ਮੈਂ ਆਪ ਜੀ ਦਾ ਤਨੋ ਮਨੋ ਮੁਰੀਦ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਕਹਿਣ ਲੱਗੇ ਕਿ ਬਹਾਦਰ ਸ਼ਾਹ, ਠੀਕ ਹੈ, ਜੋ ਤੇਰੀ ਕਿਸਮਤ ਦੇ ਵਿੱਚ ਇਹ ਰਾਜ ਭਾਗ ਲਿਖਿਆ ਹੋਇਆ ਸੀ ਅਸੀਂ ਤੈਨੂੰ ਇਹ ਬਖਸ਼ ਦਿੱਤਾ ਹੈ, ਪਰ ਤੁਹਾਡੇ ਤੁਰਕ ਰਾਜ ਦੀਆਂ ਅਸੀਂ ਜੜ੍ਹਾਂ ਪੁੱਟ ਚੁੱਕੇ ਹਾਂ ਪਹਿਲਾਂ ਬਚਨ ਕਰਕੇ। ਤੇਰੀ ਭਾਵਨਾ ਦਾ ਕਰਕੇ ਤੇਰੇ ਉੱਤੇ ਆ ਕਿਰਪਾ ਹੋਈ ਹੈ। ਤੈਨੂੰ ਆ ਪਾਤਸ਼ਾਹੀ ਭੋਗਣ ਦਾ ਸਮਾਂ ਮਿਲਿਆ। ਜਿੰਨੀ ਕਿ ਤੇਰੀ ਆਰਜ਼ਾ ਹੈ ਉਸ ਦੇ ਵਿੱਚ ਰਾਜ ਭਾਗ ਕਰਦਿਆਂ ਕਿਸੇ ਮਜ਼ਲੂਮ ਦੇ ਉੱਤੇ ਜ਼ੁਲਮ ਨਾ ਕਰੀ ਔਰ ਗੁਰੂ ਘਰ ਦੇ ਉੱਤੇ ਸਿਦਕ ਰੱਖੀ। ਕਦੇ ਵੀ ਗੁਰੂ ਘਰ ਦੇ ਨਾਲ ਵਿਗਾੜਨ ਦੀ ਕੋਸ਼ਿਸ਼ ਨਾ ਕਰੀ। ਸੋ ਇਤਿਆਦਿਕ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਆ ਗਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਗਿਆ
ਇੱਕ ਨੌਨਿਤ ਨਾਂ ਦੇ ਸ਼ਰਧਾਲੂ ਦੇ ਵੱਲੋਂ ਆਗਰੇ ਦਾ ਹੀ ਰਹਿਣ ਵਾਲਾ ਸੀ, ਬੜਾ ਗਿਆਨ ਰੱਖਦਾ ਸੀ, ਬੜੇ ਧਰਮ ਸ਼ਾਸਤਰ ਇਸਨੇ ਪੜ੍ਹੇ ਹੋਏ ਸਨ। ਕਹਿਣ ਲੱਗਾ, ਮਹਾਰਾਜ ਆਪ ਜੀ ਨੇ ਆ ਕਿਆ ਸੋਹਣਾ ਸੁੰਦਰ ਖਾਲਸਾ ਪ੍ਰਗਟ ਕੀਤਾ ਹੈ, ਇੰਨਾ ਸੋਹਣਾ ਇਹਨਾਂ ਦਾ ਬਾਣਾ, 5 ਕਕਾਰਾਂ ਦੇ ਧਾਰਨੀ, ਸਿਰ ਦੇ ਉੱਤੇ ਦਸਤਾਰ, ਦਸਤਾਰ ਦੇ ਹੇਠਾਂ ਲੰਬੇ ਕੇਸ, ਦਾੜਾ ਸਾਬਤ ਸੂਰਤ। ਕੀ ਮਹਾਰਾਜ ਇਹ ਆਪ ਜੀ ਨੇ ਹੀ ਇਹਨਾਂ ਨੂੰ ਭੇਸ ਇਹ ਬਖਸ਼ਿਆ ਹੈ, ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਿੱਖ ਧਰਮ ਦੀ ਆਰੰਭਤਾ ਕੀਤੀ ਆ, ਉਹਨਾਂ ਵੇਲੇ ਵੀ ਇਹੋ ਜਿਹੇ ਸਿੱਖ ਹੁੰਦੇ ਸੀ, ਉਸ ਵੇਲੇ ਵੀ ਕੇਸਾਧਾਰੀ ਹੁੰਦੇ ਸਨ। ਤੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਭਾਈ ਨੌਨਿਧੇ ਸਿਰਫ ਗੁਰੂ ਨਾਨਕ ਦੇਵ ਜੀ ਵੇਲੇ ਹੀ ਨਹੀਂ, ਬਲਕਿ ਇਸ ਤੋਂ ਪਹਿਲਾਂ ਜਿੰਨੇ ਵੀ ਧਰਮਾਂ ਦੇ ਰਹਿਬਰ, ਪੀਰ, ਪੈਗੰਬਰ, ਔਲੀਏ, ਅਵਤਾਰ ਜਾਂ ਆਮ ਪ੍ਰਜਾ ਵੀ ਹੁੰਦੀ ਸੀ, ਆਮ ਸ਼ਰਧਾਲੂ, ਉਹ ਸਾਰੇ ਹੀ ਜਟਾ ਜੂਟ ਕੇਸਾਧਾਰੀ ਹੁੰਦੇ ਸਨ। ਕੋਈ ਕੈਂਚਾਂ ਕੇਸਾਂ ਨੂੰ ਕੋਈ ਵੀ ਕੈਂਚੀ ਨਹੀਂ ਸੀ ਲਾਉਂਦਾ, ਕੋਈ ਕੇਸਾਂ ਦੀ ਬੇਅਦਬੀ ਨਹੀਂ ਸੀ ਕਰਦਾ, ਪਤਤ ਪੁਣੇ ਦੀ ਤਾਂ ਗੱਲ ਹੀ ਦੂਰ ਸੀ। ਹਰ ਇੱਕ ਧਰਮ ਦੇ ਵਿੱਚ ਕੇਸ ਸਾਬਤ ਸੂਰਤ ਰੱਖਣ ਨੂੰ ਮਾਣ ਸਮਝਿਆ ਜਾਂਦਾ ਸੀ। ਧਰਮੀ ਮਨੁੱਖ ਦੀ ਨਿਸ਼ਾਨੀ ਹੋਇਆ ਕਰਦੀ ਕਿ ਉਹ ਕੇਸਾਧਾਰੀ ਹੈ। ਬ੍ਰਹਮਾ ਦੇ ਪੁੱਤਰਾਂ ਤੋਂ, ਬ੍ਰਹਮਾ ਤੋਂ ਲੈ ਕੇ ਕਹਿੰਦੇ ਹੁਣ ਤੱਕ ਆ ਜਿੰਨੇ ਵੀ ਲੋਕ ਹੋਏ ਆ, ਜਿੰਨੇ ਵੀ ਧਰਮ ਹੋਏ ਆ, ਸਾਰੇ ਹੀ ਸਾਬਤ ਸੂਰਤ ਦਿੱਖ ਵਾਲੇ ਮਨੁੱਖ ਸਾਰੇ ਧਰਮਾਂ ਦੇ ਵਿੱਚ ਪੈਦਾ ਹੁੰਦੇ ਰਹੇ ਆ। ਸਤਿਗੁਰੂ ਜੀ ਇਹ ਰਿਵਾਜ ਕਦੋਂ ਪਿਆ? ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਬਰਾਹਿਮ ਦੀ ਸਾਖੀ ਦੱਸੀ ਕਿ ਉਸ ਨੂੰ ਉਸ ਦੀ ਘਰਵਾਲੀ ਵੱਲੋਂ ਸਜ਼ਾ ਮਿਲਣ 'ਤੇ ਸਰੀਰ ਦੇ ਅੰਗ ਕੱਟਣ ਦੀ ਸਜ਼ਾ ਮਿਲੀ ਸੀ, ਪਰ ਆ ਮੁੱਛਾਂ ਕੱਟ ਕੇ, ਸੋ ਇਸੇ ਪ੍ਰਕਾਰ ਸਿਰ ਦੇ ਕੇਸ ਕੱਟ ਕੇ ਉਹਦੀ ਸਜ਼ਾ ਵੀ ਭੁਗਤਾਈ ਗਈ ਤੇ ਉਹਨੂੰ ਜਿਉਂਦਾ ਵੀ ਰੱਖਿਆ ਗਿਆ। ਉਹ ਤੋਂ ਅੱਗੇ ਪ੍ਰਚਾਰ ਹੋ ਗਿਆ ਕਿ ਇਸਲਾਮ ਦੇ ਵਿੱਚ ਇਹ ਰੀਤੀ ਹੈ ਜੀ, ਹਰ ਇੱਕ ਨੂੰ ਕੇਸ ਕਟਾਉਣੇ ਚਾਹੀਦੇ ਆ, ਸੁੰਨਤ ਕਰਾਉਣੀ ਚਾਹੀਦੀ ਆ, ਔਰ ਮੁੱਛਾਂ ਕਟਾਉਣੀਆਂ ਚਾਹੀਦੀਆਂ। ਮਹਾਰਾਜ ਹਿੰਦੂਆਂ ਵਿੱਚ ਕਿਵੇਂ ਪ੍ਰਚਲਿਤ ਹੋਇਆ? ਸਤਿਗੁਰੂ ਜੀ ਕਹਿੰਦੇ ਪਰਸ਼ੂਰਾਮ ਹੋਇਆ, ਬ੍ਰਾਹਮਣ ਜਿਹਨੇ ਖੱਤਰੀਆਂ ਦੀਆਂ 21 ਕੁਲਾਂ ਖਤਮ ਕੀਤੀਆਂ, 21 ਵਾਰ ਉਹਨਾਂ ਨੂੰ ਜਿੱਤਿਆ, ਉਹਨਾਂ ਨੂੰ ਮਾਰ ਕੇ ਉਹਨਾਂ ਦੇ ਖੂਨ ਦੇ ਵਿੱਚ ਨਹਾਉਂਦਾ ਰਿਹਾ। ਸਜ਼ਾ ਦੇ ਤੌਰ 'ਤੇ ਉਸਨੇ ਇਹਨਾਂ ਦੇ ਕੇਸ ਕੱਟੇ ਸਨ। ਉਸ ਤੋਂ ਬਾਅਦ ਇੱਕ ਰਿਵਾਜ ਜਿਹਾ ਹੀ ਬਣ ਗਿਆ ਕਿ ਸਾਰੇ ਕਟਾਉਣ ਲੱਗ ਪਏ। ਫਿਰ ਜਦੋਂ ਬ੍ਰਾਹਮਣਾਂ ਦਾ ਸਮਾਂ ਪਰਜਾ ਦਾ ਸੀ ਤੇ ਇਹ ਖੱਤਰੀ ਰਾਜੇ ਬਣੇ, ਤਾਂ ਇਹਨਾਂ ਵਿੱਚੋਂ ਨੰਦ ਕੇ ਰਾਜੇ ਜਿਹੜੇ ਹੋਏ, ਉਹਨਾਂ ਨੇ ਬ੍ਰਾਹਮਣਾਂ ਦੇ ਕੇਸ ਕੱਟ ਦਿੱਤੇ ਕਿ ਇਹ ਕਿਤੇ ਕੋਈ ਮੰਤਰ ਪੜ੍ਹ ਕੇ ਸਾਡਾ ਰਾਜ ਭਾਗ ਨਾਸ਼ ਨਾ ਕਰ ਦੇਣ। ਕੇਸ ਕੱਟੇ ਵਾਲੇ ਦਾ ਕੋਈ ਮੰਤਰ ਫੁਰਦਾ ਨਹੀਂ, ਉਹਦੇ ਉੱਤੇ ਦੇਵੀ ਦੇਵਤਾ ਪ੍ਰਸੰਨ ਨਹੀਂ ਹੁੰਦਾ। ਪਰ ਜਦ ਇਹਨਾਂ ਨੂੰ ਇਹ ਸਜ਼ਾ ਮਿਲੀ ਸੀ, ਇਹਨਾਂ ਨੇ ਦੁੱਖਣ ਨੂੰ ਭੂਖਣ ਬਣਾ ਲਿਆ। ਧਰਮ ਗ੍ਰੰਥਾਂ ਦੇ ਵਿੱਚ ਵੀ ਐਸੇ ਸ਼ਲੋਕ ਲਿਖ ਕੇ ਪਾ ਦਿੱਤੇ ਕਿ ਇਹ ਧਰਮ ਦੀ ਮਰਿਆਦਾ ਹੈ, ਕੇਸ ਕੱਟਣੇ ਚਾਹੀਦੇ ਆ, ਮੁੰਡਨ ਕਰਵਾਉਣਾ ਚਾਹੀਦਾ, ਇਤਿਆਦਿਕ ਬਚਨ ਆਪਾਂ ਬੀਤੇ ਕੱਲ ਸਰਵਣ ਕੀਤੇ ਹਨ। ਆਓ ਜਿਵੇਂ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਗਰੇ ਦੀ ਧਰਤੀ ਦੇ ਉੱਤੇ ਕਿਰਪਾ ਰਹਿਮਤ ਵਰਤਾ ਰਹੇ ਹਨ, ਗੁਰ ਇਤਿਹਾਸ ਦੀ ਲੜੀ ਨੂੰ ਅੱਗੇ ਜਾਰੀ ਰੱਖੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇੱਕ ਦਿਨ ਮੈਂ ਕਰ ਭਾਵਨੀ। ਇੱਕ ਦਿਨ ਇਹ ਆਗਰੇ ਦੇ ਰਹਿਣ ਵਾਲਾ ਜਿਹੜਾ ਖਾਨਖਾਨਾ ਸੀ, ਪਹਿਲਾਂ ਵੀ ਸਤਿਗੁਰੂ ਜੀ ਦੇ ਜਿਸ ਨੇ ਦਰਸ਼ਨ ਕੀਤੇ, ਬੜਾ ਧਨੀ ਵੀ ਹੈ ਤੇ ਬੜਾ ਧਰਮੀ ਵੀ ਆ। ਗੁਰੂ ਕੇ ਬਚਨਾਂ ਮੁਤਾਬਕ ਲੰਗਰ ਦੀ ਸੇਵਾ ਕਰਦਾ, ਲੋੜਵੰਦਾਂ ਦੀ ਸਹਾਇਤਾ ਕਰਦਾ ਹੈ। ਇਸ ਨੇ ਇੱਕ ਦਿਨ ਆਪਣੇ ਮਨ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਧਾਰਨ ਕਰਕੇ ਆਪਣਾ ਭਲੋ ਪਛਾਣ ਗੁਰੂ ਚਰਨਾਂ ਉੱਤੇ ਭਾਵਨਾ ਰੱਖਣ ਨੂੰ ਆਪਣਾ ਭਲਾ ਪਛਾਣਦਿਆਂ ਹੋਇਆਂ ਦੀਨ ਖਾਨ ਖਾਨਾ ਪਇਓ। ਇਹ ਬੜਾ ਦੀਨ ਹੋ ਕੇ, ਬੜਾ ਨਿਮਰਤਾਵਾਨ ਹੋ ਕੇ ਖਾਨਾ ਖਾਨ ਆਇਆ। ਗੁਰ ਭਗ ਬੰਧਨ ਡਾਨ। ਆ ਕੇ ਉਸਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਨਮਸਕਾਰ ਕੀਤੀ। ਕਹੋ ਬਈ ਸਭਾ ਸਤਾਨ ਜਾਏ ਬਨਵਾਇਓ। ਇਸ ਨੇ ਇੱਕ ਜਗ੍ਹਾ ਦੇ ਉੱਤੇ ਸਿਆਣੇ ਮਨੁੱਖਾਂ ਦੇ ਬੈਠਣ ਵਾਸਤੇ, ਧਰਮੀ ਵਿਚਾਰਵਾਨਾਂ ਦੇ ਬੈਠਣ ਵਾਸਤੇ ਜਗ੍ਹਾ ਬਣਾਈ ਹੋਈ ਸੀ। ਉੱਥੇ ਸਾਰੇ ਇਕੱਤਰ ਹੋ ਕੇ ਬਹਿੰਦੇ, ਸਭਾ ਲੱਗਦੀ।
ਸੋ ਉਹ ਜਿਹੜੀ ਜਗ੍ਹਾ ਬਣਾਈ ਹੋਈ ਸੀ ਉੱਥੇ ਏ ਸਤਿਗੁਰ ਕੇ ਸੰਗ ਸਦਾਇਓ ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਾਲ ਲੈ ਗਿਆ। ਗੁਰ ਪਾਵਨ ਪਾਵਨ ਕੋ ਕਰੇ ਮਨ ਵਿੱਚ ਭਾਵਨਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਚਰਨ ਕਮਲ ਜਿੱਥੇ ਪਾਉਣਗੇ ਉਹ ਜਗ੍ਹਾ ਪਵਿੱਤਰ ਹੋਵੇਗੀ। ਪਾਵਨ ਘਰ ਮੇਰੋ ਜਗ ਫਿਰੈ ਜਦੋਂ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਆ ਕੇ ਚਰਨ ਪਾਉਣਗੇ ਆਸ ਤਰਨ ਸੁੰਦਰ ਵਿਸ਼ਵਾਈ ਤਾਂ ਮੇਰਾ ਘਰ ਪਵਿੱਤਰ ਹੋ ਜਾਏਗਾ। ਇਉਂ ਭਾਵਨਾ ਕਰਕੇ ਇਸਨੇ ਆਪਣੇ ਘਰ ਦੇ ਵਿੱਚ ਸੁੰਦਰ ਆਸਣ ਵਿਛਾਇਆ, ਸੁੰਦਰ ਪਲਗਾ ਬਿਸਤਰਾ ਵਿਛਾ ਕੇ ਸਾਦਰ ਸਰਬਰ ਤਾਂ ਬਿਠਾਈ ਬਹੁਤ ਹੀ ਆਦਰ ਸਤਿਕਾਰ ਦੇ ਸਹਿਤ ਸਤਿਗੁਰੂ ਸਾਹਿਬ ਜੀ ਨੂੰ ਬਿਠਾਇਆ। ਅਨੰਗ ਕੋਰ ਜੋਰ ਕਰ ਦੀਨਾ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਹੱਥ ਜੋੜ ਕੇ ਸਤਿਗੁਰੂ ਨੂੰ ਅਰਪਣ ਕੀਤੀਆਂ। ਬਿਰਤੀ ਕੀਨ ਹੋਏ ਮਨ ਦੀਨਾ ਬਹੁਤ ਨਿਮਰਤਾਵਾਨ ਹੋ ਕੇ ਮਨ ਵਿੱਚ ਦਾਸਾ ਭਾਵ ਧਾਰ ਕੇ ਨੇ ਬੇਨਤੀ ਕੀਤੀ। ਸ੍ਰੀ ਪ੍ਰਭ ਸੋ ਪ੍ਰਸੰਨ ਬਉ ਭਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ। ਖੁਸ਼ੀ ਕਰੇ ਸਗਰੇ ਸੁਖ ਦਈ ਸਤਿਗੁਰੂ ਜੀ ਨੇ ਇਹਨੂੰ ਬਹੁਤ ਖੁਸ਼ੀਆਂ ਬਖਸ਼ਿਸ਼ ਕੀਤੀਆਂ, ਬੜੇ ਸੁੱਖਾਂ ਦੀ ਦਾਤ ਬਖਸ਼ੀ। ਪ੍ਰਥਮ ਖਾਨ ਖਾਨਾ ਜੋ ਭਇਓ ਨਾਲ ਹੀ ਬਚਨ ਕਰਦੇ ਹੋਏ ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਖਾਨਖਾਨਾ ਸਾਹਿਬ ਇੱਕ ਖਾਨਖਾਨਾ ਪਹਿਲਾਂ ਵੀ ਹੋਇਆ ਹੈ। ਅਕਬਰ ਕੇ ਮਾਤਲ ਜੋ ਜਯੋ ਉਹ ਤੇਰੇ ਹੀ ਨਾਮ ਵਾਲਾ ਜਿਹੜਾ ਖਾਨਖਾਨਾ ਹੋਇਆ ਉਹ ਅਕਬਰ ਬਾਦਸ਼ਾਹ ਦੇ ਮਾਮੇ ਦਾ ਪੁੱਤ ਸੀ। ਬਹੁ ਨੇਕੀ ਜਗ ਵਿਖੇ ਕਮਾਈ ਉਸ ਨੇ ਵੀ ਤੇਰੇ ਵਾਂਗੂ ਤੇਰਾ ਨਾਮ ਵੀ ਉਹਦੇ ਨਾਲ ਮਿਲਦਾ ਹੈ ਤੇ ਸੁਭਾਅ ਵੀ ਉਸ ਦੇ ਨਾਲ ਮਿਲਦਾ ਹੈ। ਬੜੀ ਨੇਕੀ ਉਸਨੇ ਸੰਸਾਰ ਦੇ ਵਿੱਚ ਕਮਾਈ। ਸੋ ਸਾਧ ਸੰਗਤ ਜੀ, ਇਹ ਜਿਹੜਾ ਖਾਨਖਾਨਾ ਇੱਕ ਇਹ ਅਹੁਦਾ ਬਖਸ਼ਿਆ ਜਾਂਦਾ ਸੀ ਜਿਸ ਦਾ ਭਾਵ ਹੈ ਸਰਦਾਰਾਂ ਦਾ ਵੀ ਸਰਦਾਰ, ਵਜ਼ੀਰਾਂ ਤੋਂ ਵੀ ਉੱਪਰ ਦਾ ਅਹੁਦਾ ਹੁੰਦਾ ਸੀ। ਸੋ ਬਹੁਤ ਹੀ ਨੇਕ ਦਿਲ ਇਨਸਾਨ ਇਹ ਖਾਨਖਾਨਾ ਅਕਬਰ ਬਾਦਸ਼ਾਹ ਦੇ ਵੇਲੇ ਹੋਇਆ ਹੈ। ਬੜਾ ਦਾਨੀ ਸੀ, ਪਰ ਦਾਨੀ ਸਾਧ ਸੰਗਤ ਜੀ ਸਾਡੇ ਵਰਗਾ ਨਹੀਂ ਸੀ। ਅਸੀਂ ਤਾਂ ਦਾਨ ਕਰਕੇ ਗੁਰੂ ਘਰ ਵਿੱਚ ਪੱਖਾ ਵੀ ਲਵਾਉਣਾ ਹੋਵੇ ਨਾ ਤੇ ਉਹਦਾ ਕੋਈ ਸਾਧ ਸੰਗਤ ਜੀ ਬਲੇਡ ਖਾਲੀ ਨਹੀਂ ਹੁੰਦਾ ਜਿਹਦੇ ਉੱਤੇ ਨਾਨਕਿਆਂ ਦਾਦਕਿਆਂ ਦੇ ਤੇ ਆਪਣੇ ਪਰਿਵਾਰ ਦੇ ਨਾਂ ਨਾ ਲਿਖੇ ਹੋਣ। ਇਹ ਐਸਾ ਦਾਨੀ ਸੀ, ਇਹਨੇ ਆਪਣਾ ਘਰ 4 ਦਰਵਾਜ਼ੇ ਬਣਾਏ ਹੋਏ ਜਿੱਥੇ ਭੰਡਾਰਾ ਸਟੋਰ ਕਰਦਾ ਸੀ, ਧਨ ਪਦਾਰਥ ਛਕਣ ਛਕਾਉਣ ਵਾਲਾ। ਚਾਰੇ ਦਰਵਾਜ਼ਿਆਂ ਰਾਹੀਂ ਲੋਕ ਪਰਜਾ ਦੇ ਆਉਂਦੇ, ਉੱਥੋਂ ਆਪਣੀ ਆਪਣੀ ਲੋੜ ਮੁਤਾਬਕ ਵਸਤੂਆਂ ਲੈ ਜਾਂਦੇ। ਆਪ ਵੀ ਸਮਾਂ ਕੱਢਦਾ ਉੱਥੇ ਬਹਿ ਕੇ ਸੰਗਤਾਂ ਨੂੰ ਇਹ ਰਾਸ਼ਨ ਪਾਣੀ ਵੰਡਦਾ। ਪਰ ਇੱਕ ਇਹਦਾ ਨੇਮ ਸੀ ਕਿ ਜਿਸ ਵੇਲੇ ਇਹ ਕਿਸੇ ਨੂੰ ਦਾਨ ਦਿੰਦਾ ਇਹ ਅੱਖਾਂ ਨੀਵੀਆਂ ਕਰਕੇ ਰੱਖਦਾ। ਜਿਵੇਂ ਕੋਈ ਸ਼ਰਮਾਉਂਦਾ ਹੋਇਆ ਬੰਦਾ, ਸ਼ਰਮਸ਼ਾਰ ਹੋਇਆ ਬੰਦਾ ਅੱਖਾਂ ਝੁਕਾਉਂਦਾ ਨਾ, ਇਸ ਪ੍ਰਕਾਰ ਅੱਖਾਂ ਨੀਵੀਆਂ ਕਰਕੇ ਇਹ ਸਾਰਿਆਂ ਨੂੰ ਵਰਤਾਉਂਦਾ ਹੁੰਦਾ, ਕਿਸੇ ਵੱਲ ਉੱਤੇ ਨੂੰ ਨਜ਼ਰ ਚੱਕ ਕੇ ਨਾ ਵੇਖਦਾ। ਅਕਬਰ ਦੇ ਰਾਜ ਦੇ ਵਿੱਚ ਇੱਕ ਗੰਗਾ ਪ੍ਰਸਾਦ ਕਵੀ ਹੋਇਆ। ਉਹਨੇ ਜਦੋਂ ਇਹਦੀ ਮਹਿਮਾ ਸੁਣੀ ਨਾ ਕਿ ਖਾਨਖਾਨਾ ਜਿਹੜਾ ਬੜਾ ਦਾਨ ਪੁੰਨ ਤਾਂ ਕਰਦਾ ਹੈ ਪਰ ਉੱਪਰ ਨੂੰ ਅੱਖਾਂ ਨਹੀਂ ਚੁੱਕਦਾ, ਅੱਖਾਂ ਝੁਕਾ ਕੇ ਨੇਤਰ ਝੁਕਾ ਕੇ ਦਾਨ ਪੁੰਨ ਕਰਦਾ ਹੈ। ਉਹਦੇ ਮਨ ਦੇ ਵਿੱਚ ਇਹ ਇੱਛਾ ਜਾਗੀ ਵੀ ਮੈਂ ਪੁੱਛ ਕੇ ਤਾਂ ਆਵਾਂ ਵੀ ਖਾਨਖਾਨਾ ਇਉਂ ਕਿਉਂ ਕਰਦਾ ਹੈ। ਜਾ ਕੇ ਪੁੱਛਦਾ ਹੈ। ਇਹ ਖਾਨਖਾਨਾ ਸਭ ਦੁਨੀਆ ਦੇ ਵਿੱਚ ਤਾਂ ਜਿਹੜੇ ਲੋਕ ਦਾਨ ਕਰਨ ਵਾਲੇ ਛੱਤ ਜਾਂ ਚੌੜੀਆਂ ਕਰ ਕਰਕੇ ਦਾਨ ਦਿੰਦੇ ਹੈ ਵੀ ਅਸੀਂ ਗੁਰੂ ਕੀ ਗੋਲਕ ਵਿੱਚ ਕੁਝ ਪਾਇਆ ਹੈ, ਅਸੀਂ ਆ ਫਲਾਣੇ ਧਰਮ ਸਥਾਨ ਉੱਤੇ ਆ, ਜਾਂ ਅਸੀਂ ਕਿਸੇ ਗਰੀਬ ਲੋੜਵੰਦ ਨੂੰ ਕੁਝ ਦਿੱਤਾ, ਤੇ ਬੜਾ ਹਰ ਇੱਕ ਨੂੰ ਹੁੰਦਾ ਕਿ ਮੇਰਾ ਨਾਂ ਹੋਵੇ। ਪਰ ਤੁਸੀਂ ਇਸ ਪ੍ਰਕਾਰ ਕਿਉਂ ਕਰਦੇ ਹੋ, ਨੇਤਰ ਝੁਕਾ ਕੇ ਕਿਉਂ ਰੱਖਦੇ ਹੋ? ਸਵਾਲ ਕੀਤਾ। ਇਸ ਦਾ ਨਾਮ ਜਿਹੜਾ ਖਾਨਖਾਨਾ ਦਾ ਨਾਮ ਪੂਰਾ ਖਾਨਖਾਨਾ ਅਬਦੁਲ ਰਹੀਮ ਖਾਨ ਸੀ। ਇਹਨੂੰ ਰਹੀਮ ਜਾਂ ਰਹਿਮਨ ਕਰਕੇ ਵੀ, ਔਰ ਇਹ ਕਵਿਤਾ ਵੀ ਚੰਗੀ ਲਿਖਦਾ ਸੀ, ਧਾਰਮਿਕ ਪੁਰਸ਼ ਸੀ। ਇਸ ਦੇ ਦੋਹੇ ਸ਼ਲੋਕ ਬਹੁਤ ਮਸ਼ਹੂਰ ਹਨ। ਇਸ ਨੂੰ ਸਵਾਲ ਕੀਤਾ ਰਹੀਮ ਨੂੰ, ਖਾਨਖਾਨਾ ਨੂੰ ਆ ਕੇ ਗੰਗਾ ਪ੍ਰਸਾਦ ਕਵੀ ਨੇ, ਗੰਗ ਕਹਿ ਰਹੀਮ ਕਿਹ ਸੋ ਸਿੱਖੀ ਦੈਨ, 4 ਦਰਵਾਜ਼ੇ ਦੇਤ ਹੋ ਕਰਕੇ ਨੀਚੇ ਨੈਣ। ਕਹਿੰਦਾ ਹੇ ਰਹੀਮ, ਹੇ ਖਾਨਖਾਨਾ,
ਕਹਿੰਦਾ ਆ ਤੂੰ ਕਿੱਥੋਂ ਢੰਗ ਸਿੱਖਿਆ ਆ ਦਾਨ ਕਰਨ ਦਾ? ਚਾਰੇ ਦਰਵਾਜ਼ਿਆਂ ਵਿੱਚੋਂ ਦੀ ਦਾਨ ਦਿੰਦਾ ਹੈ ਪਰ ਨੇਤਰ ਹਮੇਸ਼ਾ ਨੀਵੇਂ ਰੱਖਦਾ। ਇਹ ਕਿੱਥੋਂ ਇੰਨੀ ਚੰਗੀ ਸਿੱਖਿਆ ਤੈਨੂੰ ਮਿਲੀ ਹੈ? ਨੇਤਰ ਨੀਵੇਂ ਕਿਉਂ ਰੱਖਦਾ? ਤਾਂ ਉਸ ਵੇਲੇ ਸਾਧ ਸੰਗਤ ਜੀ ਇਸ ਨੇ ਖਾਨਾ ਨੇ, ਰਹੀਮ ਨੇ ਉੱਤਰ ਦਿੱਤਾ, ਕਹਿੰਦਾ ਸਾਈ ਸਭ ਮੈਂ ਮਸਤ ਹੈ, ਦੇਵਤ ਹੈ ਦਿਨ ਰੈਨ, ਨਾਮ ਹਮਾਰਾ ਲੇਤ ਹੈ, ਇਤ ਬਿਦ ਨੀਚੇ ਨੈਨ। ਕਹਿੰਦਾ ਸਾਰਿਆਂ ਨੂੰ ਦਾਨ ਦੇਣ ਵਾਲਾ ਉਹ ਤਾਂ ਵਾਹਿਗੁਰੂ ਪਰਮੇਸ਼ਰ ਹੈ। ਆ ਵਾਹਿਗੁਰੂ ਪਰਮੇਸ਼ਰ ਨੇ ਕੋਈ ਐਸੀ ਪਰਾਲਬਧ ਬਣਾਈ, ਐਸਾ ਕੋਈ ਉਹਨਾਂ ਨੇ ਖੇਡ ਰਚੀ ਆ, ਇਹਨਾਂ ਸਾਰੇ ਲੋਕਾਂ ਦੀ ਜਿਹੜੇ ਮੇਰੇ ਤੋਂ ਦਾਨ ਲੈਣ ਆਉਂਦੇ ਆ ਨਾ, ਇਹਨਾਂ ਦੀ ਪਰਾਲਬਧ, ਇਹਨਾਂ ਦਾ ਅੰਨ ਧਨ ਮੇਰੇ ਘਰ ਵਿੱਚ ਵਾਹਿਗੁਰੂ ਨੇ ਰੱਖ ਦਿੱਤਾ ਹੈ। ਸਭ ਕੁਝ ਵਾਹਿਗੁਰੂ ਦਾ ਲਿਖਿਆ ਇਹਨਾਂ ਦੇ ਕਰਮਾਂ ਵਿੱਚ ਹੈ, ਰੱਖਿਆ ਮੇਰੇ ਘਰੇ ਹੈ। ਜਦੋਂ ਕਹਿੰਦਾ ਮੈਂ ਇਹਨਾਂ ਨੂੰ ਦਿੰਦਾ ਨੇਤਰ ਨੀਵੇਂ, ਇਸ ਕਰਕੇ ਮੈਂ ਸ਼ਰਮ ਨਾਲ ਕਰ ਲੈਂਦਾ, ਮੈਨੂੰ ਲੱਜਿਆ ਆਉਂਦੀ ਹੈ ਵੀ ਹੈ ਤਾਂ ਵਾਹਿਗੁਰੂ ਦਾ ਸਭ ਕੁਝ, ਪਰ ਇਹ ਦਾਨ ਲੈਣ ਵਾਲੇ ਉਸਤਤ ਮੇਰੀ ਕਰੀ ਜਾਂਦੇ ਆ ਵੀ ਜਿਹੜਾ ਖਾਨਾ ਇਹ ਬੜਾ ਧਰਮਾਤਮਾ ਹੈ, ਇਹ ਬੜਾ ਦਾਨ ਪੁੰਨ ਕਰਦਾ, ਇਸ ਕਰਕੇ ਵਾਹਿਗੁਰੂ ਦੀ ਵਸਤੂ ਹੈ, ਉਸਤਤ ਮੇਰੀ ਹੋਈ ਜਾਂਦੀ ਹੈ। ਮੈਂ ਲੋਕਾਂ ਨੂੰ ਰੋਕਦਾ ਵੀ ਬਹੁਤ ਹਾਂ, ਪਰ ਇਹ ਨਹੀਂ ਰੁਕਦੇ, ਮੇਰੀ ਬੜੀ ਮਹਿਮਾ ਕਰਦੇ ਆ, ਇਸ ਕਰਕੇ ਮੈਂ ਨੇਤਰ ਝੁਕਾ ਕੇ ਰੱਖਦਾ ਵੀ ਮਨ ਵਿੱਚ ਕੋਈ ਹੰਕਾਰ ਨਾ ਆਵੇ। ਇੰਨਾ ਇਹ ਦਾਨੀ ਪੁਰਸ਼ ਵੀ ਸੀ ਤੇ ਅੰਦਰੋਂ ਧਰਮਾਤਮਾ ਵੀ ਇੰਨਾ, ਪਰਮਾਤਮਾ ਨੂੰ ਵੀ ਇੰਨਾ ਮੰਨਣ ਵਾਲਾ ਖਾਨਾ ਜਿਹੜਾ ਅਕਬਰ ਦਾ ਭਰਾ, ਮਾਮੇ ਦਾ ਪੁੱਤ ਹੋਇਆ। ਸੋ ਸਾਧ ਸੰਗਤ ਜੀ ਅੱਜ ਦਾਨ ਅਸੀਂ ਵੀ ਕਰਦੇ ਹਾਂ। ਸਤਿਗੁਰੂ ਜੀ ਦੀ ਬਾਣੀ ਵਿੱਚ ਵਚਨ ਹਨ, ਸਤਿਆ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ, ਦੇ ਦੇ ਮੰਗਹਿ ਸਹਸਾ ਗੁਣਾ, ਸੋਭ ਕਰੇ ਸੰਸਾਰ। ਦਾਨ ਅਸੀਂ ਵੀ ਦਿੰਦੇ ਆ। ਸਭ ਤੋਂ ਉੱਤਮ ਕਿਸਮ ਦੇ ਦਾਨੀ ਕਿਹੜੇ ਆ? ਸਤਿਆ ਮਨ ਸੰਤੋਖ ਉਪਜੈ। ਉਹ ਲੋਕ ਜਿਹੜੇ ਸੰਜਮੀ ਹੈ, ਮਨ ਦੇ ਵਿੱਚ ਜਿਨ੍ਹਾਂ ਦੇ ਸੰਤੋਖ ਪੈਦਾ ਹੋਇਆ, ਦਾਨ ਦਿੰਦੇ ਆ ਪਰ ਪਰਮਾਤਮਾ ਦਾ ਸਮਝ ਕੇ ਦਿੰਦੇ ਆ ਕਿ ਵਾਹਿਗੁਰੂ ਦੀ ਬਖਸ਼ਿਸ਼ ਆ, ਸਾਨੂੰ ਬਖਸ਼ਿਸ਼ ਮਿਲੀ ਹੈ, ਅਸੀਂ ਅਗਾਂਹ ਦੇ ਦਿੱਤਾ, ਉਹਦੀਆਂ ਦਾਤਾਂ ਦੇ ਵਿੱਚ, ਉਹਦੇ ਭੰਡਾਰਿਆਂ ਦੇ ਵਿੱਚੋਂ ਹੀ ਅੱਗੇ ਦੇ ਰਹੇ ਹਾਂ, ਸਾਡਾ ਕੁਝ ਨਹੀਂ ਹੈ। ਇਸ ਕਰਕੇ ਉਹ ਅਗਾਂਹ ਦੇਣ ਦਾ ਵਿਚਾਰ ਮਨ ਦੇ ਵਿੱਚ ਰੱਖਦੇ ਆ। ਔਰ ਕਈ ਦਾਤੇ ਐਸੇ ਦੇ ਦੇ ਮੰਗੈ ਸਹਸਾ ਗੁਣਾ, ਥੋੜਾ ਦਾਨ ਦੇ ਕੇ ਹਜ਼ਾਰਾਂ ਗੁਣਾ ਲੈਣ ਦੀ ਇੱਛਾ ਰੱਖਦੇ ਆ। ਦੇ ਦੇ ਮੰਗੈ ਸਹਸਾ ਗੁਣਾ। ਔਰ ਚੌਥੇ ਪ੍ਰਕਾਰ ਦੇ ਸਾਡੇ ਵਰਗੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਦਾਨ ਤਾਂ ਦੇਈਏ ਪਰ ਸੋਭ ਕਰੇ ਸੰਸਾਰ, ਸੰਸਾਰ ਸਾਡੀ ਸ਼ੋਭਾ ਕਰੇ, ਸੰਸਾਰ ਸਾਡੀ ਉਸਤਤ ਕਰੇ। ਸੋ ਕਦੇ ਵੀ ਦਾਨ ਦੇਣ ਲੱਗਿਆ, ਦਸਵੰਧ ਕੱਢਣ ਲੱਗਿਆ, ਕਿਸੇ ਦੀ ਸਹਾਇਤਾ ਕਰਨ ਲੱਗਿਆ, ਮਨ ਦੇ ਵਿੱਚ ਐਸੀ ਭਾਵਨਾ ਨਾ ਬਣਾਈਏ ਅਸੀਂ ਕਰ ਰਹੇ ਹਾਂ। ਵਾਹਿਗੁਰੂ ਦਾ ਸ਼ੁਕਰ ਕਰੀਏ, ਉਹ ਵਾਹਿਗੁਰੂ ਨੇ ਸਮਰੱਥਾ ਬਖਸ਼ੀ ਹੈ, ਉਹਨੇ ਆਪ ਕਿਰਪਾ ਕਰਕੇ ਮੇਰੇ ਤੋਂ ਇਹ ਸੇਵਾ ਲਈ ਹੈ। ਐਸੀ ਭਾਵਨਾ ਹੋਣੀ ਚਾਹੀਦੀ ਹੈ। ਤੇਰਾ ਕੀਆ ਤੁਝੇ ਕਿਆ ਅਰਪੋ। ਵਾਹਿਗੁਰੂ ਤੇਰਾ ਹੀ ਕੀਤਾ ਹੋਇਆ, ਤੇਰਾ ਹੀ ਦਿੱਤਾ ਹੋਇਆ, ਤੈਨੂੰ ਕੀ ਅਰਪਣ ਕਰ ਸਕਦੇ ਆ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮਹਾਰਾਜ ਅਸੀਂ ਕੀ ਦੇਣ ਵਾਲੇ? ਤੂੰ ਦਾਤਾ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿਨ ਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਪੁਰਾਣੇ ਸਮਿਆਂ ਵਿੱਚ ਵੀ ਹਰੀ ਚੰਦ ਵਰਗੇ, ਰਾਜੇ ਕਰਨ ਵਰਗੇ ਦਾਨੀ ਹੋਏ ਐ। ਸਵਾ ਸਵਾ ਮਣ ਸਾਧ ਸੰਗਤ ਜੀ ਸੋਨਾ ਦਾਨ ਕਰਕੇ ਫਿਰ ਰੋਟੀ ਖਾਣ ਵਾਲੇ ਲੋਕ ਵੀ ਐਡੇ ਐਡੇ ਦਾਨੀ ਦੁਨੀਆ ਤੇ ਹੋਏ ਐ। ਪਰ ਮਨ ਵਿੱਚ ਹੰਗਤਾ ਸੀ, ਲੋਕ ਸਾਡੀ ਮਹਿਮਾ ਕਰਨ, ਲੋਕ ਸਾਨੂੰ ਚੰਗੇ ਕਹਿਣ, ਲੋਕ ਕਹਿਣ ਵੀ ਇਹ ਬੜਾ ਪੁੰਨੀ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਦੇ ਸਿੱਖ ਪੁੰਨੀ ਪਾਪੀ ਆਖਣ ਨਾ ਹੈ। ਨਾ ਉਹ ਪੁੰਨੀਆਂ ਦੀ ਕਤਾਰ ਵਿੱਚ, ਨਾ ਪਾਪੀਆਂ ਦੀ ਕਤਾਰ ਵਿੱਚ, ਦੋਵੇਂ ਅਵਸਥਾਵਾਂ ਤੋਂ ਉੱਪਰ ਉੱਠੇ ਹੋਏ। ਇਸ ਕਰਕੇ ਦਾਨ ਕਰਨ ਲੱਗਿਆ, ਕਿਸੇ ਦੀ ਸਹਾਇਤਾ ਕਰਨ ਲੱਗਿਆ, ਕਦੇ ਵੀ ਮਨ ਵਿੱਚ ਐਸੀ ਭਾਵਨਾ ਨਾ ਆਵੇ ਕਿ ਅਸੀਂ ਕਰ ਰਹੇ ਹਾਂ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਖਾਨਾ ਤੇਰੇ ਵਰਗਾ ਉਹ ਮਹਾਤਮਾ ਹੋਇਆ ਇੱਕ ਪਹਿਲਾਂ,
ਉਹਦਾ ਵੀ ਬੜਾ ਨੇਕ ਸੁਭਾਅ ਸੀ। ਤੇ ਜਿਹੜਾ ਤੇਰਾ ਸੁਭਾਅ, ਤੇਰਾ ਵੀ ਸੁਭਾਅ ਬੜਾ ਨੇਕੀ ਵਾਲਾ ਹੈ। ਬਹੁਤ ਨੇਕੀ ਜਗ ਵਿਖੇ ਕਮਾਈ, ਉਹਨੇ ਵੀ ਨੇਕੀ ਜਗਤ ਵਿੱਚ ਕਮਾਈ, ਤੂੰ ਵੀ ਬੜੀ ਨੇਕੀ ਕਰ ਰਿਹਾ ਹੈ। ਤੁਮ ਪੀਤ ਸਕੀ ਸਮਤਾ ਪਾਈ, ਤੂੰ ਵੀ ਉਹਦੀ ਬਰਾਬਰਤਾ ਪਾ ਲਈ ਹੈ, ਤੂੰ ਵੀ ਉਹਦੇ ਬਰਾਬਰ ਹੀ ਦਾਨੀ ਹੈ। ਬਦਲ ਪਇਓ ਸੁਣ ਕੈ ਗੁਰ ਬੈਨ, ਇਉਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸੁਣ ਕੇ ਇਹ ਬੜਾ ਪ੍ਰਸੰਨ ਹੋਇਆ, ਖੁਸ਼ ਹੋਇਆ। ਏਰ ਤੈ ਸਰੂਪ ਭਰ ਨੈਣ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਸਰੂਪ ਨੂੰ ਨੇਤਰ ਭਰ ਕੇ ਬੜੇ ਚਾਅ ਦੇ ਨਾਲ, ਨੀਝ ਦੇ ਨਾਲ ਤੱਕ ਰਿਹਾ ਹੈ। ਸੁਮਤ ਤੁਰਕ ਬੈਠੀ ਸੁਮਦਾਇਆ, ਬਹੁਤ ਮੱਤ ਵਾਲੇ, ਬਹੁਤ ਸਿਆਣੇ ਸਿਆਣੇ ਤੁਰਕ ਇਹਦੀ ਸਭਾ ਦੇ ਵਿੱਚ ਉੱਥੇ ਬੈਠੇ ਸਨ। ਕਾਜੀ ਮੁੱਲਾ ਦਿਕ ਤਿਸ ਥਾਇਆ, ਇਸਲਾਮ ਧਰਮ ਦੇ ਜਿਹੜੇ ਮੁਖੀਏ ਲੋਕ ਸੀ, ਕਾਜੀ ਮੁੱਲਾ ਆਦਿਕ, ਉਸ ਜਗ੍ਹਾ ਤੇ ਬੈਠੇ ਹਨ ਸਭਾ ਵਿੱਚ। ਗਲ ਸ਼ਮਸ਼ੇਰ ਗੁਰੂ ਸ਼ਮਸ਼ੇਰ, ਇੱਧਰ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਦੇ ਘਰ ਸ਼ਮਸ਼ੇਰ, ਗਲੇ ਦੇ ਵਿੱਚ ਗਾਤਰੇ ਸ਼ਮਸ਼ੀਰ ਪਹਿਨੀ ਹੋਈ, ਕਿਰਪਾਨ ਸ੍ਰੀ ਸਾਹਿਬ ਪਹਿਨੀ ਹੋਈ ਹੈ। ਤੇ ਸਤਿਗੁਰੂ ਜੀ ਦਾ ਸਰੂਪ ਸ਼ਮਸ਼ੇਰ, ਸ਼ੇਰ ਵਰਗਾ ਸਰੂਪ ਹੈ। ਬੈਠੇ ਵਿੱਚ ਸਭ ਕੀਰ ਬਡੇਰ, ਸਾਰਿਆਂ ਲੋਕਾਂ ਦੇ ਵਿੱਚ ਮਹਾਨ ਸਤਿਗੁਰੂ ਜੀ ਬੈਠੇ ਹਨ। ਦਰਸੈ ਨਰ ਜਗ ਗਰੀਬ ਨਵਾਮੈ, ਬਹੁਤ ਸਾਰੇ ਲੋਕ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ, ਗਰਦਨ ਝੁਕਾਉਂਦੇ, ਮੱਥਾ ਟੇਕਦੇ ਹਨ। ਜੋ ਪੂਜੈ ਉਤਰ ਫਰਮਾਵੈ, ਜਿਹੜਾ ਕੋਈ ਜਿਸ ਤਰ੍ਹਾਂ ਦਾ ਸਵਾਲ ਕਰਦਾ ਸਤਿਗੁਰੂ ਜੀ ਉੱਤਰ ਦੇ ਰਹੇ ਹਨ। ਸਤਿਗੁਰ ਕੀ ਵਿਸਾਲ ਵਡਿਆਈ, ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਮਹਿਮਾ ਬਹੁਤ ਵਿਸ਼ਾਲ ਤੋਂ ਅਧਿਕ ਹੋ ਰਹੀ ਹੈ। ਦੁੱਟ ਨਰਨ ਤੇ ਜਲੀ ਨਾ ਜਾਈ, ਪਰ ਭਾਈ ਗੁਰੂ ਘਰ ਦੀ ਮਹਿਮਾ ਧਰਮੀ ਲੋਕਾਂ ਦੀ ਕਿਤੇ ਮਹਿਮਾ ਹੁੰਦੀ ਹੋਵੇ, ਜਿਹੜੇ ਗੁਰੂ ਘਰ ਦੇ ਦੁਖੀ ਲੋਕ ਹਨ, ਦੁਸ਼ਟ ਲੋਕ ਹੈ, ਭੈੜੀ ਮੱਤ ਵਾਲੇ, ਉਹਨਾਂ ਤੋਂ ਜਰੀ ਨਹੀਂ ਜਾਂਦੀ। ਇਕ ਸਰਹੰਦ ਕੋ ਸੈਯਦ ਬੀਠ, ਸਰਹੰਦ ਦੇ ਰਹਿਣ ਵਾਲਾ ਇੱਕ ਸੈਯਦ ਸੀ, ਇਸ ਸਭਾ ਦੇ ਵਿੱਚ ਬੈਠਾ ਸੀ। ਉਹ ਸਰਹੰਦ ਜਿੱਥੇ ਸਾਧ ਸੰਗਤ ਜੀ ਇਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ 7 ਅਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਐਡਾ ਵੱਡਾ ਪਾਪ ਇਸ ਧਰਤੀ ਦੇ ਉੱਤੇ ਹੋਇਆ। ਉਹ ਸਰਹੰਦ ਦੀ ਧਰਤੀ ਰਹਿਣ ਵਾਲਾ ਇੱਕ ਸੈਯਦ ਬੈਠਾ ਹੈ। ਇਕ ਪ੍ਰਭ ਕੋ ਖੁਨਸਿਓ ਮਤ ਨੀਚ, ਸੋ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਵੇਖ ਕੇ, ਸਤਿਗੁਰੂ ਜੀ ਦੀ ਮਹਿਮਾ ਸ਼ੋਭਾ ਨੂੰ ਵੇਖ ਕੇ ਨਾ ਇਹ ਮਨ ਦੇ ਵਿੱਚ ਬੜਾ ਸੜ ਭੁੱਜ ਗਿਆ। ਹੁਣ ਸੂਰਜ ਚੜ੍ਹਦਾ ਸਾਰੇ ਸੰਸਾਰ ਨੂੰ ਸੁੱਖ ਦਿੰਦਾ ਹੈ, ਪਰ ਸਾਧ ਸੰਗਤ ਜੀ ਉੱਲੂਆਂ ਤੇ ਚੋਰਾਂ ਨੂੰ ਤਾਂ ਸੂਰਜ ਚੜ੍ਹਿਆ ਨਹੀਂ ਭਾਉਂਦਾ ਨਾ। ਚੜ੍ਹਦਾ ਸੂਰਜ ਦੇਖ ਕੇ ਉੱਲੂ ਘਬਰਾਏ, ਉੱਲੂਆਂ ਦੇ ਮਨਾਂ ਨੂੰ ਡੋਬੂ ਪੈਣ ਲੱਗ ਜਾਂਦੇ ਆ, ਹੌਲ ਪੈਣ ਲੱਗ ਜਾਂਦੇ ਵੀ ਆਹ ਕਿੱਧਰੋਂ ਚੜ੍ਹ ਗਿਆ। ਉਹਨਾਂ ਦੀਆਂ ਅੱਖਾਂ ਚੋਂ ਲਿਆ ਜਾਂਦੀਆਂ, ਦਿਸਣਾ ਬੰਦ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਦੁਸ਼ਟ ਲੋਕ ਆ, ਜਦੋਂ ਧਰਮੀ ਲੋਕਾਂ ਦੀ ਚੜ੍ਹਤ ਵੇਖਦੇ ਆ, ਧਰਮੀ ਲੋਕਾਂ ਦੀ ਚੜ੍ਹਦੀ ਕਲਾ ਵੇਖਦੇ ਆ ਨਾ, ਉਹਨਾਂ ਦੇ ਵੀ ਮਨ ਜਲਣ ਭੁੱਜਣ ਲੱਗ ਜਾਂਦੇ ਆ। ਇਹ ਵੀ ਸੜ ਬਲ ਗਿਆ। ਕਹਿਓ ਤਾਏ ਤੁਮ ਅੰਦਰ ਪੀਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਕਹਿਣ ਲੱਗਾ ਕਿ ਸਾਰੇ ਹਿੰਦ ਵਾਸੀ ਲੋਕ ਤੁਹਾਨੂੰ ਪੀਰ ਕਹਿੰਦੇ, ਗੁਰੂ ਕਹਿੰਦੇ ਹਨ। ਸਭ ਮਾਨਤ ਹੈ ਜਾਨ ਵੀਰ, ਸਾਰੇ ਤੁਹਾਨੂੰ ਬਹੁਤ ਵੱਡਾ ਕਰਕੇ ਮੰਨਦੇ ਹਨ। ਕਰਾਮਾਤ ਕੁਛ ਰਾਖਤ ਆਵੋ, ਕਹਿੰਦਾ ਐਵੇਂ ਹੀ ਮੰਨੀ ਜਾਂਦੇ ਆ ਜਾਂ ਤੁਹਾਡੇ 'ਚ ਕੋਈ ਕਰਾਮਾਤ ਵੀ ਹੈਗੀ, ਕੋਈ ਕਰਾਮਾਤ ਵੀ ਰੱਖਦੇ ਹੋ ਤੁਸੀਂ? ਕਿਤੋਂ ਨਹੀਂ ਬਲ ਸੋ ਬਿਦ ਕਹੋ, ਜੇ ਕਹਿੰਦੇ ਤੁਹਾਡੇ ਵਿੱਚ ਕੋਈ ਬਲ, ਕੋਈ ਸ਼ਕਤੀ ਹੈ, ਕੋਈ ਕਰਾਮਾਤ ਹੈ ਤਾਂ ਦਿਖਾਓ। ਚਿਤ ਚਾਤ ਹਮ ਨਿਰਣੈ ਕਰਿਓ, ਮੇਰਾ ਮਨ ਚਾਹੁੰਦਾ, ਮੇਰਾ ਚਿੱਤ ਚਾਹੁੰਦਾ ਇੱਥੇ ਨਿਰਣਾ ਕਰਨਾ, ਇਹ ਫੈਸਲਾ ਕਰਨਾ ਵੀ ਵਾਕਈ ਤੁਸੀਂ ਕਰਾਮਾਤੀ ਗੁਰੂ ਹੋ ਜਾਂ ਲੋਕ ਐਵੇਂ ਤੁਹਾਨੂੰ ਮੱਥਾ ਟੇਕਦੇ ਆ। ਜੈ ਕੈ ਤੁਮਰੋ ਸੁਦਾ ਸੁਧ ਥਰਿਓ, ਕਿਉਂਕਿ ਮੈਂ ਸੁਣਿਆ ਜਿੱਥੇ ਕਿਤੇ ਵੀ ਜਾਣਾ ਤੁਹਾਡੀ ਬੜੀ ਮਹਿਮਾ ਹੋ ਰਹੀ ਹੈ, ਤੁਹਾਡਾ ਬੜਾ ਜਸ ਫੈਲਿਆ ਹੈ। ਲਖੀ ਤਰਕ ਤੇ ਸੈਯਦ ਤੇਰੀ, ਗੁਰੂ ਮਹਾਰਾਜ ਨੇ ਜਾਣ ਲਿਆ, ਕਿਉਂਕਿ ਸਤਿਗੁਰੂ ਜੀ ਤਾਂ ਅੰਤਰਜਾਮੀ ਹੈ, ਬਾਕੀ ਬੋਲੀ ਤੋਂ ਵੀ ਪਤਾ ਲੱਗ ਜਾਂਦਾ। ਕਈ ਵਾਰ ਸਾਨੂੰ ਕੋਈ ਸਵਾਲ ਕਰੇ ਤਾਂ ਸਾਧ ਸੰਗਤ ਜੀ ਪਤਾ ਲੱਗ ਜਾਂਦਾ ਵੀ ਇਹ ਜਗਿਆਸੂ ਭਾਵ ਨਾਲ ਪੁੱਛਦਾ ਹੈ, ਇਹਨੂੰ ਪਤਾ ਨਹੀਂ ਜਾਣਕਾਰੀ ਵਾਸਤੇ ਪੁੱਛ ਰਿਹਾ ਹੈ, ਜਾਂ ਜਾਣਬੁੱਝ ਕੇ ਤਰਕ ਕਰਕੇ ਦੇਖਦਾ ਵੀ ਦੇਖਦੇ ਆ ਵੀ ਗਿਆਨੀ ਸਿੰਘ ਨੂੰ ਕੁਝ ਪਤਾ, ਬਾਬਿਆਂ ਨੂੰ ਕੁਝ ਪਤਾ ਜਾਂ ਨਹੀਂ। ਦੋ ਤਰ੍ਹਾਂ ਦੇ ਸਵਾਲ ਹੁੰਦੇ ਆ।
ਇੱਕ ਤਾਂ ਸਵਾਲ ਹੁੰਦਾ ਸਾਹਮਣੇ ਵਾਲੇ ਤੋਂ ਇਹ ਇੱਛਾ ਧਾਰ ਕੇ ਪੁੱਛਣਾ ਵੀ ਮੈਨੂੰ ਜਾਣਕਾਰੀ ਮਿਲ ਜਾਏ, ਮਨ ਦਾ ਸ਼ੰਕਾ ਦੂਰ ਕਰਨ ਵਾਸਤੇ। ਇੱਕ ਹੁੰਦਾ ਚਤੁਰਾਈ ਦੇ ਨਾਲ ਕਰਨਾ, ਤਰਕ ਮਾਰ ਕੇ ਸਵਾਲ ਕਰਨਾ ਵੀ ਵੇਨੇ ਆ ਵੀ ਇਹਨੂੰ ਕੁਝ ਪਤਾ ਹੈ ਕਿ ਐਵੇਂ ਲੋਕ ਕਹੀ ਜਾਂਦੇ ਵੀ ਬਹੁਤ ਚੰਗਾ ਬਹੁਤ ਚੰਗਾ। ਸੋ ਸਤਿਗੁਰੂ ਜੀ ਨੇ ਜਿਸ ਵੇਲੇ ਜਾਣਿਆ ਵੀ ਇਹਨੇ ਤਰਕ ਨਾਲ ਇਹ ਸਵਾਲ ਕੀਤਾ ਹੈ, ਗੁਰਮਾਇਓ ਸ੍ਰੀ ਮੁਕਤ ਸਬੇਰੀ। ਸੈਯਦ ਨੂੰ ਉਸ ਵੇਲੇ ਸਤਿਗੁਰੂ ਜੀ ਨੇ ਆਪਣੇ ਸੁਭਾਏ ਮਾਨ ਮੁਖਾਰਬਿੰਦ ਤੋਂ ਬਚਨ ਕਰਕੇ ਬੋਲੇ, ਬਦਨ ਬਹਾਦਰ ਸ਼ਾਹ ਮਜਾਰੀ। ਕਹਿੰਦੇ ਸੈਯਦ ਕਰਾਮਾਤ ਦੇਖਣੀ ਚਾਹੁੰਨਾ? ਕਹਿੰਦੇ ਆਹ ਵੇਖ ਬਹਾਦਰ ਸ਼ਾਹ ਬਾਦਸ਼ਾਹ ਨਾ ਜਿਹੜਾ, ਇਹਦੇ ਮੁਖ ਦੇ ਵਿੱਚ ਇਹਦੇ ਮੂੰਹ ਦੇ ਵਿੱਚ ਜਿਹਦੀ ਕਰਾਮਾਤ ਵਸਦੀ ਹੈ, ਕਰਾਮਾਤ ਹੈ ਬਿਦਤੋਦਾਰੀ। ਔਰ ਛੋਟੀ ਮੋਟੀ ਕਰਾਮਾਤ ਨਹੀਂ, ਪ੍ਰਗਟ ਦੇਖ ਲਾ ਬਹੁਤ ਵੱਡੀ ਕਰਾਮਾਤ ਹੈ ਬਾਦਸ਼ਾਹ ਦੀ ਜ਼ੁਬਾਨ ਤੇ। ਕਰੇ ਰੰਗ ਤੇ 5000 ਕਹਿੰਦਾ ਜੀ ਕਿਵੇਂ? ਕਹਿੰਦਾ ਇਹ ਬਾਦਸ਼ਾਹ ਆਪਣੀ ਜ਼ੁਬਾਨ ਦੇ ਨਾਲ ਕੋਈ ਸ਼ਬਦ ਬੋਲਦੇ, ਕੋਈ ਹੁਕਮ ਕਰਦੇ, ਤੇ ਜਿਹੜਾ ਕੋਈ ਰੰਕ ਬੰਦਾ ਨਾ, ਗਰੀਬ ਕੰਗਲਾ ਬੰਦਾ ਬਿਲਕੁਲ ਜਿਹਨੂੰ ਰੋਟੀ ਵੀ ਨਹੀਂ ਨਸੀਬ ਹੁੰਦੀ, ਜੇ ਇਹ ਹੁਕਮ ਕਰਦੇ ਇਹਦੇ ਇੱਕ ਵਾਕ ਦੇ ਨਾਲ 5000 ਸੈਨਾ ਦਾ ਮਾਲਕ ਬਣ ਸਕਦਾ, ਉਹਨੂੰ ਵੱਡਾ ਅਹੁਦਾ ਬਖਸ਼ ਸਕਦਾ ਬਾਦਸ਼ਾਹ। ਇਹਦੀ ਬਾਦਸ਼ਾਹ ਦੀ ਜ਼ੁਬਾਨ ਦੇ ਉੱਤੇ ਕਰਾਮਾਤ ਵਸਦੀ ਹੈ। ਨਰ ਬਨੇ ਅਸੁਰ ਬਨੇ ਅਨੁਸਾਰੀ। ਹੋਰ ਜਿਹੜੇ ਲੋਕ ਆ ਉਹ ਵੀ ਉਹਦੇ ਅਨੁਸਾਰੀ ਬਣ ਜਾਣਗੇ। ਜਿਹਨੂੰ ਇਹ ਕਹਿ ਦੇਵੇ ਵੀ ਆਹ ਗਰੀਬ ਅੱਜ ਤੋਂ ਰਾਜਾ, ਬਈ ਅੱਜ ਤੋਂ ਇਹ ਫੌਜੀ ਅਫਸਰ ਹੈ, ਤੁਹਾਡਾ ਸੈਨਾਪਤੀ ਆ, ਸਾਰੇ ਲੋਕ ਉਹਦੀ ਅਧੀਨਗੀ ਪ੍ਰਵਾਨ ਕਰਨਗੇ। 5000 ਕੋ ਜੇ ਚਾਹੇ। ਤੇ ਦੂਜੇ ਬੰਨੇ ਜੇਕਰ ਇਹ 5000 ਕੋਈ ਜਰਨੈਲ ਵੱਡਾ ਅਫਸਰ ਹੈ ਤੁਹਾਡੀ ਫੌਜ ਦਾ, ਜੇ ਉਸ ਨੂੰ ਚਾਹੇ ਕੋ ਪੈਰੰਗ ਕਰੇ ਸ਼ਰਮਾਹੇ। ਉਹਦੇ ਉੱਤੇ ਗੁੱਸੇ ਹੋ ਜੇ ਤਾਂ ਉਹਨੂੰ 1 ਮਿੰਟ ਵਿੱਚ ਕੰਗਾਲ ਕਰ ਸਕਦਾ, ਮਿੰਟ 'ਚ ਉਹਦੇ ਤੋਂ ਹਟਾ ਸਕਦਾ। ਗਰੀਬ ਨੂੰ ਇਹ ਵੱਡਾ ਅਫਸਰ ਬਣਾ ਦੇਵੇ ਤੇ ਵੱਡੇ ਅਫਸਰ ਨੂੰ 1 ਮਿੰਟ ਦੇ ਵਿੱਚ ਗਰੀਬ ਬਣਾ ਦੇਵੇ। ਵੇਖ ਕਹਿੰਦਾ ਬਾਦਸ਼ਾਹ ਦੀ ਜ਼ੁਬਾਨ ਦੇ ਵਿੱਚ ਕਰਾਮਾਤ ਆ ਨਾ, ਇਉਂ ਕਹਿੰਦਾ ਇਹ ਇੱਕ ਇਹਦੇ ਹੁਕਮ ਦੇ ਨਾਲ ਸਭ ਕੁਝ ਹੋ ਸਕਦਾ ਹੈ। ਮਾਰੇ ਬਖਸ਼ੇ ਦੇਰ ਬਹੀਨਾ। ਕਿਸੇ ਨੂੰ ਵੀ ਮਾਰ ਸਕਦਾ ਕਹਿ ਕੇ ਸਜ਼ਾ ਦੇ ਸਕਦਾ, ਤੇ ਕਿਸੇ ਨੂੰ ਬਖਸ਼ ਸਕਦਾ ਬਿਨਾਂ ਦੇਰੀ ਤੋਂ। ਇਸ ਮੁਖ ਮੈਂ ਲਖ ਅਜਮਤ ਪੀਨਾ। ਕਹਿੰਦਾ ਵੇਖ ਬਾਦਸ਼ਾਹ ਦੇ ਮੁਖ ਦੇ ਵਿੱਚ, ਉਹਦੇ ਮੂੰਹ ਦੇ ਵਿੱਚ, ਉਹਦੀ ਜ਼ੁਬਾਨ ਦੇ ਉੱਤੇ ਕਿੰਨੀ ਵੱਡੀ ਕਰਾਮਾਤ ਵਸਦੀ ਹੈ। ਬਨ ਸੈਯਦ ਤਰਕਤ ਸਭ ਮਾਹੀ। ਉਸ ਵੇਲੇ ਸੈਯਦ ਨੇ ਇੱਕ ਫੇਰ ਦੁਬਾਰਾ ਤਰਕ ਮਾਰੀ, ਦੂਜਾ ਸਵਾਲ ਦਾਗ ਦਿੱਤਾ। ਤੁਮ ਵੀ ਰਾਖ ਦੋ ਕਹਿ ਨਾਹੀ। ਕਹਿੰਦਾ ਇਹ ਗੱਲ ਤਾਂ ਮੰਨੀ ਵੀ ਬਾਦਸ਼ਾਹ ਦਾ ਹੁਕਮ ਚੱਲਦਾ, ਉਹ ਤਾਂ ਬਾਦਸ਼ਾਹ ਹੈ, ਪਰ ਮੈਂ ਤੁਹਾਡੇ ਤੋਂ ਪੁੱਛਦਾ ਵੀ ਤੁਸੀਂ ਵੀ ਕੋਈ ਕਰਾਮਾਤ ਰੱਖਦੇ ਹੋ ਜਾਂ ਨਹੀਂ। ਸੋ ਬਾਦਸ਼ਾਹ ਬਨ ਰਹਿਓ। ਉਹ ਤਾਂ ਬਾਦਸ਼ਾਹ ਬਣਿਆ ਹੋਇਆ, ਉਹਦਾ ਤਾਂ ਹੁਕਮ ਚੱਲਣਾ ਹੀ ਹੈ। ਬਲਤੈ ਹੁਕਮ ਤੁਸੀਂ ਕੋ ਕਹਿਓ। ਉਹਦੇ ਕਹਿਆ ਹੋਇਆ ਹੀ ਸਭ ਹੁਕਮ ਵਰਤਦਾ, ਸਾਰੇ ਉਹਦਾ ਹੁਕਮ ਚੱਲਦਾ ਹੈ। ਹਮ ਬੂਝਤੈ ਰਾਵਰ ਪਾਸ। ਅਸੀਂ ਤਾਂ ਤੁਹਾਡੇ ਤੋਂ ਪੁੱਛਦੇ ਆਂ ਵੀ ਆਪ ਜੀ ਕੋਲ ਵੀ ਕੋਈ ਕਰਾਮਾਤ ਹੈ ਕਿ ਨਹੀਂ। ਜੇ ਰਾਖਤ ਕੁਝ ਕਰੋ ਪ੍ਰਕਾਸ਼। ਜੇ ਤੁਸੀਂ ਕੋਈ ਕਰਾਮਾਤ ਰੱਖਦੇ ਹੋ ਤੇ ਪ੍ਰਕਾਸ਼ ਕਰੋ, ਪ੍ਰਗਟ ਕਰਕੇ ਦਿਖਾਓ। ਸਭ ਮੈਂ ਤਰਕ ਸੁਣੀ ਜਬਨਾਥ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਲੋਕਾਂ ਵਿੱਚ ਬੈਠਿਆ ਹੋਇਆਂ ਦੇ ਇਹ ਤਰਕ ਸੁਣੀ ਇਸ ਸੈਯਦ ਦੀ, ਜੀਵ ਮਜਾਰ ਗਾਰ ਕਰ ਹਾਥ। ਸਤਿਗੁਰੂ ਜੀ ਨੇ ਆਪਣੀ ਜੇਬ ਵਿੱਚ, ਆਪਣੇ ਚੋਲੇ ਦੇ ਖੀਸੇ ਦੇ ਵਿੱਚ ਹੱਥ ਪਾਇਆ, ਹੋਰ ਨਿਕਾਸੀ ਕੇਤਕ ਤਬੈ। ਔਰ ਬੁੱਕ ਭਰ ਕੇ ਸਤਿਗੁਰੂ ਜੀ ਨੇ ਮੋਹਰਾਂ ਕੱਢ ਲਈਆਂ, ਹੱਥ ਵਿੱਚ ਰੱਖ ਲਈਆਂ। ਬੋਲੇ ਸ੍ਰੀ ਪ੍ਰਭ ਸੁਨਤਿਓ ਸਭ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾ ਕੇ ਕਹਿਣ ਲੱਗੇ, ਇੱਕ ਦਿਨਾਰ ਜੋ ਹੱਥ ਮਾਰੀ। ਕਹਿਣ ਲੱਗੇ ਆਹ ਦੇਖੋ ਜਿਹੜੇ ਦਿਨਾਰ, ਆਹ ਸੋਨੇ ਦੀਆਂ ਮੋਹਰਾਂ, ਧਨ ਸਾਡੇ ਹੱਥ ਵਿੱਚ ਹੈ। ਇਹ ਅਜਮਤ ਨਿਹਦਤੀ ਵਿਚਾਰੀ। ਕਹਿੰਦੇ ਪਹਿਲੀ ਕਰਾਮਾਤ ਤੁਹਾਨੂੰ ਦੱਸ ਦਿੱਤਾ ਬਾਦਸ਼ਾਹ ਦੀ ਜ਼ੁਬਾਨ ਤੇ, ਆ ਦੂਜੀ ਕਰਾਮਾਤ ਇਹਨੂੰ ਵਿਚਾਰ ਲਵੋ। ਜੇ ਬਿਗ ਹੋਏ ਤਾਂ ਚਾਹੇ ਸੋ ਕਰੇ। ਕਹਿੰਦੇ ਆ ਮਾਇਆ ਜਿਹੜੀ ਇਹ ਵੀ ਕਰਾਮਾਤ ਹੈ, ਜਿਹਦੇ ਹੱਥ ਵਿੱਚ ਹੋਵੇ ਉਹ ਜੋ ਚਾਹੇ ਕਰ ਸਕਦਾ ਦੁਨੀਆ ਵਿੱਚ। ਲਰਤ ਹਜ਼ਾਰੋਂ ਜੈਸੇ ਤੁਮਰੀ। ਔਰ ਐਸੀ ਕਰਾਮਾਤ ਹੈ ਜਿਸ ਕਰਾਮਾਤ ਨੂੰ, ਜਿਸ ਮਾਇਆ ਨੂੰ ਪਾਉਣ ਵਾਸਤੇ ਹਜ਼ਾਰਾਂ ਲੋਕ ਲੜ ਲੜ ਕੇ ਮਰਦੇ ਹਨ। ਸੁਨ ਸੈਯਦ ਬੋਲਿਓ ਤਰਮਾਨ। ਉਸ ਵੇਲੇ ਸੈਯਦ ਫਿਰ ਤੀਜੀ ਵਾਰੀ ਫੇਰ ਚੁੱਪ ਤੋੜ ਕੇ ਬੋਲ ਪਿਆ। ਇਹ ਬੋਲ ਵਿਗਾੜ ਸੀ, ਬੋਲਦਾ ਬਹੁਤ ਸੀ। ਸੋ ਤੀਜੀ ਵਾਰ ਫੇਰ ਸਤਿਗੁਰ ਸੱਚੇ ਪਾਤਸ਼ਾਹ ਦੇ ਸਾਹਮਣੇ ਬੋਲਿਆ, ਤੁਮ ਮੈਂ ਕਰਾਮਾਤ ਹੈ ਕੌਣ।
ਕਹਿੰਦਾ ਪੀਰ ਜੀ ਮੈਨੂੰ ਇਹ ਦੱਸੋ, ਇਹ ਗੱਲਾਂ ਤਾਂ ਠੀਕ ਹੈ, ਤੁਹਾਡੇ 'ਚ ਕੋਈ ਕਰਾਮਾਤ ਹੈਗੀ ਜਾਂ ਨਹੀਂ? ਦੌਲਤ ਆਦ ਅਨੇਕ ਪ੍ਰਕਾਰੀ, ਦੌਲਤ ਆਦਿਕ ਅਨੇਕ ਪ੍ਰਕਾਰ ਦੀਆਂ ਠੀਕ ਹੈ, ਸ਼ਕਤੀਆਂ ਕਰਾਮਾਤਾਂ ਦੁਨੀਆ ਵਿੱਚ ਹਨ, ਜੇ ਮੰਨੈ ਲੋਕ ਹਜ਼ਾਰੀ, ਜਿਨ੍ਹਾਂ ਨੂੰ ਹਜ਼ਾਰਾਂ ਲੋਕ ਮੰਨਦੇ ਵੀ ਹਨ। ਸੁਨ ਸਤਿਗੁਰ ਸ਼ਮਸ਼ੀਰ ਨਿਕਾਸੀ, ਜਦੋਂ ਇਹਨੇ ਕਿਹਾ ਮਹਾਰਾਜ ਤੁਸੀਂ ਦੱਸੋ ਵੀ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ? ਤੁਹਾਨੂੰ ਲੋਕ ਗੁਰੂ ਕਹਿੰਦੇ ਆ, ਪੀਰ ਕਹਿੰਦੇ ਆ, ਗੁਰੂ ਪੀਰਾਂ ਕੋਲ ਤਾਂ ਕਰਾਮਾਤਾਂ ਹੁੰਦੀਆਂ, ਤੁਸੀਂ ਕਰਾਮਾਤ ਦਿਖਾਓ। ਜਦੋਂ ਇਹਨੇ ਤੀਜੀ ਵਾਰ ਸਵਾਲ ਕੀਤਾ ਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕਦਮ ਵੀਰ ਰਸ ਵਿੱਚ ਆਏ ਤੇ ਸ਼ਰਰ ਕਰਦੀ ਹੋਈ ਮਿਆਨ ਵਿੱਚੋਂ ਸਤਿਗੁਰੂ ਜੀ ਨੇ ਤਲਵਾਰ ਕੱਢ ਲਈ। ਸਭ ਮੈਂ ਛਟਾ ਸਮਾਨ ਪ੍ਰਕਾਸ਼ੀ, ਜਦੋਂ ਸਤਿਗੁਰੂ ਜੀ ਨੇ ਤਲਵਾਰ ਕੱਢੀ ਤੇ ਸਾਧ ਸੰਗਤ ਜੀ ਸਾਡੇ ਵਰਗੇ ਅਵੇਸਲੇ ਸਿੱਖਾਂ ਦੀ ਕਿਰਪਾਨ ਨਹੀਂ ਸੀ ਉਹ ਵੀ ਜੰਗਾਲ ਲੱਗੀ ਪਈ ਹੋਊਗੀ, ਕਦੇ ਗਾਤਰੇ ਚੋਂ ਕੱਢੇ। ਜੇ ਆਹ ਛੋਟੀ ਕਿਰਪਾਨ ਗਾਤਰੇ ਵਾਲੀ ਵੀ ਨਾ ਕਦੇ ਭੋਗ ਲਵਾਉਣਾ ਪੈ ਜਾਏ ਤਾਂ ਕਈ ਵਾਰ ਕਈਆਂ ਦੀ ਕਿਰਪਾਨ ਨਾ ਉਹ ਦੋ ਦੋ ਜਣੇ ਖਿੱਚ ਖਿੱਚ ਕੇ ਕੱਢਦੇ ਆ, ਫੇਰ ਨਹੀਂ ਨਿਕਲਦੀ ਹੁੰਦੀ, ਕਦੇ ਕੱਢ ਕੇ ਮਾਂਜੀ ਨਹੀਂ, ਕਦੇ ਸਾਫ਼ ਹੀ ਨਹੀਂ ਕੀਤੀ। ਇਹ ਸਾਡੇ ਗੁਰੂ ਪੀਰ ਆ, ਸ਼ਸਤਰ ਸਾਂਭ ਸੰਭਾਲ ਕੇ ਰੱਖਣਾ ਚਾਹੀਦਾ। ਸੋ ਉਹ ਨਿਕਲਦੀ ਨਹੀਂ ਹੁੰਦੀ ਕਈ ਵਾਰ, ਇਹਨੂੰ ਬੜਾ ਸਾਂਭ ਸੰਭਾਲ ਕੇ ਰੱਖਣਾ ਚਾਹੀਦਾ। ਸਾਡੇ ਵਰਗੇ ਦੀ ਕਿਰਪਾਨ ਹੁੰਦੀ ਜਗਾਲ ਲੱਗੀ ਕਿੱਥੇ ਨਿਕਲਣੀ। ਸਤਿਗੁਰ ਨੇ ਸ਼ਰਰ ਕਰਕੇ ਨਾਲ ਦੀ ਨਾਲ ਕਿਰਪਾਨ ਜਦੋਂ ਕੱਢੀ ਤਾਂ ਸਾਧ ਸੰਗਤ ਜੀ ਬਿਜਲੀ ਵਾਂਗੂ ਚਮਕੀ। ਤਤ ਛਿਨ ਬਦਨ ਪੀਤ ਹੋਏ ਗਈ, ਔਰ ਜਦੋਂ ਇਹਨੇ ਸੈਯਦ ਨੇ ਦੇਖਿਆ ਨਾ ਮਹਾਰਾਜ ਨੇ ਕਿਰਪਾਨ ਕੱਢ ਲਈ, ਨਾਲ ਦੀ ਨਾਲੇ ਡਰ ਗਿਆ, ਇਹਦਾ ਮੂੰਹ ਪੀਲਾ ਹੋ ਗਿਆ। ਲੋਚਨ ਸਮੋਖ ਨਾ ਕਰਤੀ ਭਈ, ਸਾਹਮਣੇ ਅੱਖਾਂ ਨਾ ਚੱਕੀਆਂ, ਮਹਾਰਾਜ ਦੇ ਨੀਵੀਂ ਜੀ ਪਾ ਕੇ ਬੈਠ ਗਿਆ। ਤੇਜ ਦਬਤ ਸ੍ਰੀ ਮੁਖ ਤੇ ਕਹੈ, ਸਤਿਗੁਰੂ ਜੀ ਦਾ ਵੀਰ ਰਸ ਦੇ ਨਾਲ, ਤਪ ਤੇਜ ਦੇ ਨਾਲ ਚਿਹਰਾ ਬਿਲਕੁਲ ਐ ਲਾਲ ਸੁਰਖ ਹੋ ਗਿਆ। ਔਰ ਸਤਿਗੁਰੂ ਜੀ ਨੇ ਉਸ ਵੇਲੇ ਬਚਨ ਆਖੇ, ਇਹ ਵੀ ਕਰਾਮਾਤ ਇਕ ਹੈ। ਕਹਿੰਦੇ ਸੈਯਦ ਸਾਹਿਬ, ਕਹਿੰਦੇ ਆ ਵੀ ਇੱਕ ਕਰਾਮਾਤ ਹੈ, ਇਹ ਕਿਰਪਾਨ, ਇਹ ਸ੍ਰੀ ਸਾਹਿਬ ਕਰਾਮਾਤ ਹੈ। ਅਬ ਹੀ ਸਿਰ ਉਤਾਰ ਕਰ ਤੇਰਾ, ਕਹਿੰਦੇ ਜੇ ਜ਼ਿਆਦਾ ਚਾਹ ਕਰਾਮਾਤ ਦੇਖਣ ਦਾ, ਕਹਿੰਦੇ ਹੁਣੇ ਤੇਰਾ ਸਿਰ ਲਾ ਕੇ ਕਰਾਮਾਤ ਦਿਖਾਈ ਨਾ ਦਈਏ। ਫਲ ਸ਼ਾਖਾ ਸਮਝੇ ਧਰ ਗਿਰਾਏ, ਕਹਿੰਦੇ ਜਿਵੇਂ ਟਾਹਣੀ ਤੋਂ ਲੱਗਿਆ ਹੋਇਆ ਫਲ ਡਿੱਗਦਾ ਨਾ, ਐਉਂ ਤੇਰਾ ਸਿਰ ਜਾਊਗਾ ਪਰਾਂ ਨੂੰ। ਨਹਿ ਜਵਾਬ ਕੋਈ ਸਵਾਲ ਨਾ ਹੋਵੇ, ਜਦੋਂ ਮਹਾਰਾਜ ਨੇ ਆਹ ਬਚਨ ਕੀਤੇ ਨਾ ਇਹਨੂੰ ਕੋਈ ਅੱਗੋਂ ਜਵਾਬ ਆਵੇ ਤੇ ਨਾ ਇਹ ਸਵਾਲ ਕਰਨ ਜੋਗਾ ਰਿਹਾ, ਛਿੱਥਾ ਪੈ ਗਿਆ। ਜੀਵਨ ਬਾਦ ਬਾਦ ਕਰ ਖੋਵੈ, ਮਹਾਰਾਜ ਕਹਿੰਦੇ ਨਾ ਹੁਣ ਕਹਿੰਦੇ ਤੂੰ ਮੁੜ ਕੇ ਕੋਈ ਸਵਾਲ ਕਰਨ ਜੋਗਾ ਰਹੇ, ਨਾ ਸਾਨੂੰ ਜਵਾਬ ਦੇਣ ਦੀ ਲੋੜ ਪਵੇ। ਐਵੇਂ ਕਹਿੰਦੇ ਵਿਅਰਥ ਜੀਵਨ ਗਵਾਈ ਜਾਂਦਾ, ਸਮਾਂ ਖਰਾਬ ਕਰੀ ਜਾਂਦਾ ਵਾਧੂ ਦਾ ਵਾਦ ਵਿਵਾਦ ਕਰਕੇ। ਇੱਕ ਸਤਿਗੁਰ ਕੇ ਕੋ ਤੇਜ ਬਲੰਦਾ, ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਦੇਖ ਕੇ ਹੋਦ ਪਇਓ ਸੈਯਦ ਸ਼ਰਮਿੰਦਾ, ਸਾਰੀ ਸਭਾ ਵਿੱਚ ਜਦੋਂ ਸਤਿਗੁਰੂ ਜੀ ਨੇ ਇਉਂ ਲਲਕਾਰ ਕੇ ਕਹਿ ਦਿੱਤਾ ਨਾ, ਬੜਾ ਸ਼ਰਮਿੰਦਾ ਹੋ ਗਿਆ ਇਹ ਸੈਯਦ। ਕਇਓ ਕਇਓ ਪੁਨ ਬਾਕ ਨਾ ਕੋਈ, ਮੁੜ ਕੇ ਸਾਧ ਸੰਗਤ ਜੀ ਇਹ ਤੋਂ ਕੋਈ ਬਾਕ ਨਾ ਆਖਿਆ ਗਿਆ, ਮੁੜ ਕੇ ਇਹਦੇ ਤੋਂ ਇਸ ਨੂੰ ਕੋਈ ਗੱਲ ਹੀ ਨਾ ਆਈ। ਨੀਚ ਗਰੀਬ ਬਨੀ ਅਗਦਈ, ਹੇਠਾਂ ਨੂੰ ਧਰਤੀ ਵੱਲ ਨੂੰ ਗਰਦਨ ਕਰਕੇ ਹੀ ਬੈਠਾ ਰਿਹਾ। ਇਤਕ ਸਮੇਂ ਤੱਕ ਥਿਰ ਗੁਰ ਰਹੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੰਨਾ ਸਮਾਂ ਹੀ ਸਭਾ ਦੇ ਵਿੱਚ ਸਥਿਤ ਹੋ ਕੇ ਬੈਠੇ ਰਹੇ। ਪੁਨ ਡੇਰੇ ਕਉ ਆਵਣ ਚਲੀ, ਫਿਰ ਸਤਿਗੁਰੂ ਜੀ ਨੇ ਇੱਛਾ ਕੀਤੀ ਕਿ ਆਪਣੇ ਡੇਰੇ ਵਾਪਸ ਚਲੇ ਜਾਈਏ। ਹੈ ਕੁਲ ਗਲ ਮੰਦੈ ਮੰਦ, ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਘੋੜੇ ਦੇ ਉੱਤੇ ਅਸਵਾਰ ਹੋਏ, ਹੌਲੀ ਹੌਲੀ ਗਤੀ ਵਿੱਚ ਘੋੜੇ ਨੂੰ ਤੋਰਦੇ ਹੋਏ ਲੈ ਕੇ ਹੌਲੀ ਚਾਲ ਵਿੱਚ ਜਾ ਰਹੇ ਹਨ। ਆਨ ਪਹੁੰਚੇ ਸ੍ਰੀ ਜਗਬੰਦ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸਾਰੇ ਜਗਤ ਦੇ ਬੰਦਨਾ ਕਰਨ ਯੋਗ ਆ, ਆਪਣੇ ਡੇਰੇ ਆ ਪਹੁੰਚੇ। ਉਤਰ ਤਰੰਗਮ ਤੇ ਪ੍ਰਭ ਥਰੀ, ਘੋੜੇ ਤੋਂ ਉਤਰ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਏ। ਰੁਜਰ ਪ੍ਰੰਗ ਪੌੜਬੋ ਕਰੀ, ਔਰ ਇਸ ਪ੍ਰਕਾਰ ਆਪਣੀ ਰੁਚੀ ਦੇ ਮੁਤਾਬਕ ਸਤਿਗੁਰੂ ਜੀ ਆਪਣੇ ਆਸਣ ਦੇ ਉੱਤੇ, ਪਲੰਘ ਦੇ ਉੱਤੇ ਆ ਕੇ ਬਿਰਾਜਮਾਨ ਹੋ ਗਏ। ਸੋ ਸਾਧ ਸੰਗਤ ਜੀ ਕਰਾਮਾਤ, ਇਹ ਗੁਰੂ ਘਰ ਦੇ ਵਿੱਚ ਕਰਾਮਾਤਾਂ ਤਾਂ ਅਚਨਚੇਤ ਹੀ ਵਰਤਦੀਆਂ, ਬਹੁਤ ਕਰਾਮਾਤਾਂ ਨਿੱਤਾ ਪ੍ਰਤੀ ਵਰਤਦੀਆਂ ਹਨ। ਇੱਥੇ ਵੀ ਇਸ ਅਸਥਾਨ ਦੇ ਉੱਤੇ ਵੀ ਸੰਗਤਾਂ ਦੇ ਜ਼ੁਬਾਨੀ ਕਲਾਮੀ ਸੁਣਦੇ ਆ ਜੀ, ਇੱਥੇ ਆਹ ਕਰਾਮਾਤ ਵਰਤ ਗਈ ਸੀ, ਆਹ ਕਰਾਮਾਤ ਵਰਤੀ। ਵੀਡੀਓ ਬਣ ਕੇ ਆਉਂਦੀਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, ਆ ਕਿਸੇ ਨੂੰ ਦਿਖਾਈ ਨਹੀਂ ਸੀ ਦਿੰਦਾ, ਉਹਦੇ ਨੇਤਰ ਵਾਪਸ ਆ ਗਏ, ਕਰਾਮਾਤ ਵਰਤ ਗਈ। ਕਿਸੇ ਨੂੰ ਕੋਹੜ ਹੋਇਆ ਸੀ, ਆ ਬਾਲਾ ਪ੍ਰੀਤਮ ਜੀ ਦੇ ਅਸਥਾਨ ਦੇ ਉੱਤੇ ਗਿਆ ਬੰਗਲਾ ਸਾਹਿਬ,
ਉਹਦਾ ਸਰੀਰ ਠੀਕ ਹੋ ਗਿਆ, ਗੁੰਗੇ ਨੂੰ ਜ਼ੁਬਾਨ ਮਿਲ ਗਈ। ਬਹੁਤ ਕਰਾਮਾਤਾਂ ਨਿੱਤਾ ਪ੍ਰਤੀ ਪੂਰੇ ਸੰਸਾਰ ਭਰ ਦੇ ਧਾਰਮਿਕ ਅਸਥਾਨਾਂ ਉੱਤੇ ਗੁਰੂ ਘਰਾਂ ਵਿੱਚ ਆਮ ਹੀ ਵਰਤਦੀਆਂ ਹਨ। ਪਰ ਕਰਾਮਾਤ ਦੀ ਮਨਾਹੀ ਸਾਧ ਸੰਗਤ ਜੀ ਗੁਰੂ ਘਰ ਵਿੱਚ ਉੱਥੇ ਹੈ ਜਿੱਥੇ ਆਪਣੀ ਪੂਜਾ ਵਾਸਤੇ, ਆਪਣੀ ਮਹਿਮਾ ਕਰਾਉਣ ਵਾਸਤੇ ਕਰਾਮਾਤ ਵਰਤੀ ਜਾਵੇ ਨਾ, ਉਹ ਕਰਾਮਾਤ ਸਤਿਗੁਰੂ ਜੀ ਨੇ ਮਨਾ ਕੀਤੀਆਂ। ਨਹੀਂ ਅਚਨਚੇਤ ਤਾਂ ਬਹੁਤ ਕਰਾਮਾਤਾਂ ਵਰਤਦੀਆਂ। ਕਿ ਸਾਧ ਸੰਗਤ ਜੀ ਦਰਖਤਾਂ ਦੇ ਉੱਤੇ ਆ ਜਿਹੜਾ ਸਾਬਣ ਦੇ ਤੱਤ ਵਾਲਾ ਫਲ ਹੈ ਕੌੜਾ ਰੀਠਾ, ਕੀ ਕਦੇ ਰੀਠੇ ਮਿੱਠੇ ਹੁੰਦੇ ਦੇਖਿਆ? ਅੱਜ ਹੋਰ ਦਰਖਤਾਂ ਤੇ ਨਹੀਂ ਲੱਗ ਜਾਂਦੇ ਵੀ ਮਿੱਠੇ ਰੀਠੇ? ਇਹ ਕਰਾਮਾਤ ਨਹੀਂ। ਤੱਤੀ ਤਵੀ ਦੇ ਉੱਤੇ ਬੈਠ ਜਾਣਾ ਕਰਾਮਾਤ ਨਹੀਂ। ਸੱਪ ਕਦੇ ਛਾਵਾਂ ਕਰਦੇ ਹੁੰਦੇ? ਸੱਪੈ ਦੁੱਧ ਪਿਆਲਿਆ ਉਹ ਮੁੱਖੋਂ ਸੱਟੈ। ਆਮ ਕਹਾਵਤ ਆ ਵੀ ਇਹਨਾਂ ਨੂੰ ਸੱਪਾਂ ਨੂੰ ਦੁੱਧ ਪਿਆਈਏ, ਇਹਨਾਂ ਨੇ ਜ਼ਹਿਰ ਹੀ ਮੂੰਹੋਂ ਸਿੱਟਣਾ ਹੁੰਦਾ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਉੱਤੇ ਧੁੱਪ ਆਈ, ਸੱਪ ਛਾਂ ਕਰਦੇ ਆ ਕੇ। ਕੀ ਇਹ ਕਰਾਮਾਤ ਨਹੀਂ? ਪੱਥਰਾਂ ਨੂੰ ਪਹਾੜਾਂ ਨੂੰ ਪੰਜੇ ਲਾ ਲਾ ਕੇ ਰੋਕ ਦੇਣਾ, ਕੀ ਇਹ ਕਰਾਮਾਤ ਨਹੀਂ? ਅਚਨਚੇਤ ਹੀ ਕਰਾਮਾਤਾਂ ਗੁਰੂ ਘਰ ਦੇ ਵਿੱਚ ਵਰਤਦੀਆਂ ਰਹਿੰਦੀਆਂ। ਪਰ ਸਾਧ ਸੰਗਤ ਜੀ ਰੱਬ ਦੇ ਪਿਆਰੇ ਉਹ ਕਰਾਮਾਤ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ ਨਹੀਂ ਕਰਦੇ। ਉੱਥੇ ਨਹੀਂ ਦਿਖਾਉਂਦੇ ਕਰਾਮਾਤ, ਉੱਥੇ ਤਾਂ ਕਹੇ ਤੋਂ ਵੀ ਨਹੀਂ ਦਿਖਾਉਂਦੇ। ਇਹੀ ਤਾਂ ਕਹਿੰਦਾ ਸੀ ਔਰੰਗਜ਼ੇਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ, ਮਹਾਰਾਜ ਜਾਂ ਤਾਂ ਕਾਮਲ ਪੀਰ ਹੋਣ ਦਾ ਸਬੂਤ ਦੇ ਦਿਓ, ਕੋਈ ਕਰਾਮਾਤ ਦਿਖਾ ਦਿਓ, ਫਿਰ ਮੈਂ ਮੰਨ ਜਾ ਤੁਹਾਨੂੰ, ਤੁਹਾਡੀ ਜਾਨ ਬਖਸ਼ ਦਿਆਂ, ਜਾਂ ਇਸਲਾਮ ਕਬੂਲ ਕਰ ਲਓ, ਤੇ ਜਾਂ ਫਿਰ ਤੀਜੀ ਸ਼ਰਤ ਹੈ ਵੀ ਮਰਨਾ ਪ੍ਰਵਾਨ ਕਰ ਲਓ, ਸ਼ਹੀਦ ਹੋ ਜਾਓ, ਸ਼ਹਾਦਤ ਗਲ ਨੂੰ ਲਾ ਲਓ। ਮਹਾਰਾਜ ਸੱਚੇ ਪਾਤਸ਼ਾਹ ਨੇ ਕਰਾਮਾਤ ਨਹੀਂ ਦਿਖਾਈ ਆਪਣੀ ਜਾਨ ਬਚਾਉਣ ਵਾਸਤੇ। ਸ਼ਹਾਦਤ ਦੇਣ ਦਾ ਵਚਨ ਕਰਕੇ ਗਏ, ਸ਼ਹਾਦਤ ਦਿੱਤੀ, ਔਰ ਸਤਿਗੁਰੂ ਜੀ ਦੀ ਉਹ ਸ਼ਹਾਦਤ ਹੀ ਕਰਾਮਾਤ ਹੋ ਨਿਬੜੀ। ਉਸ ਸ਼ਹਾਦਤ ਨੇ ਆ ਕਿੰਨੀਆਂ ਪੀੜ੍ਹੀਆਂ ਤੋਂ ਰਾਜ ਕਰਦੇ ਆਉਂਦੇ ਸੀ ਤੁਰਕ। ਸਤਿਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੁਰਕਾਂ ਦੀ ਜੜ ਪੁੱਟੀ ਆ ਨਾ। ਕਰਾਮਾਤ ਤੋਂ ਘੱਟ ਸੀ ਸ਼ਹਾਦਤਾਂ, ਕੀ ਕਰਾਮਾਤ ਤੋਂ ਘੱਟ ਹੁੰਦੀਆਂ? ਅੱਜ ਜਦੋਂ ਵੀ ਕੋਈ ਸ਼ਹਾਦਤ ਹੁੰਦੀ ਹੈ ਕਰਾਮਾਤ ਹੀ ਵਰਤਦੀ ਆ। ਰਾਜ ਪਲਟੇ ਆ ਹਿੰਦੁਸਤਾਨ ਦਾ ਸਾਧ ਸੰਗਤ ਜੀ ਆਪਣੇ ਆਪ ਨੂੰ ਹੰਕਾਰੀ ਕਹਾਉਣ ਵਾਲਾ ਰਾਜਾ ਵਰਤਮਾਨ ਸਮੇਂ ਦਾ, ਕੀ ਉਹ ਮੰਨਦਾ ਸੀ ਵੀ ਆ 3 ਕਾਲੇ ਕਾਨੂੰਨ ਜਿਹੜੇ ਮੈਂ ਥੋਪ ਦਿੱਤੇ ਆ ਜਬਰੀ ਲੋਕਾਂ ਦੇ ਉੱਤੇ, ਇਹਨਾਂ ਨੂੰ ਵਾਪਸ ਲੈ ਲਵਾਂਗਾ? ਉਹ ਕਿੰਨੇ ਉੱਥੇ ਲੋਕਾਂ ਦੀਆਂ ਸ਼ਹਾਦਤਾਂ ਹੋਈਆਂ ਆਪਣੇ ਹੱਕਾਂ ਦੀ ਖਾਤਰ, ਉਹ ਸ਼ਹਾਦਤਾਂ ਹੀ ਰੰਗ ਲਿਆਈਆਂ ਨਾ, ਕਾਲੇ ਕਾਨੂੰਨ ਵਾਪਸ ਲੈਣੇ ਪਏ। ਹੈਂਕੜ ਬਾਜਾਂ ਦੀਆਂ ਧੌਣਾ ਝੁਕਾ ਦਿੰਦੀਆਂ ਇਹ ਕਰਾਮਾਤਾਂ। ਇਹ ਕਰਾਮਾਤ ਹੀ ਵਰਤੀ ਹੈ। ਅੱਗੇ ਪਿੱਛੇ ਵੀ ਦਿਨ ਦਿਹਾੜੇ ਤਾਂ ਆਉਂਦੇ ਹੀ ਸੀ। ਜਿਸ ਦਿਨ ਸਾਧ ਸੰਗਤ ਜੀ ਉਹ ਐਲਾਨ ਹੁੰਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਦਾ ਦਿਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਵੀ ਸਰੀਰ ਦੇ ਹੁੰਦਿਆਂ ਹੋਇਆਂ ਵੀ ਬਾਬਰਾਂ ਨੂੰ ਝੁਕਾਇਆ, ਧੌਣਾ ਝੁਕਾਤੀਆਂ। ਬਾਬਰਾ ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਤੇ ਅੱਜ ਦੇ ਬਾਬਰ ਦੀ ਵੀ ਧੌਣ ਸਤਿਗੁਰੂ ਜੀ ਨੇ ਗੁਰਪੁਰਬ ਵਾਲੇ ਦਿਨ ਹੀ ਝੁਕਾ ਦਿੱਤੀ। ਜਿਸ ਦਿਨ ਮੋਰਚੇ ਦੀ ਸਮਾਪਤੀ ਹੁੰਦੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਵਾਲਾ ਸ਼ਹਾਦਤ ਵਾਲਾ ਦਿਨ, ਉਸ ਦਿਨ ਵੀ ਪਲਟਾ ਮਾਰ ਦਿੱਤਾ, ਕ੍ਰਾਂਤੀ ਲਿਆ ਦਿੱਤੀ। ਤੇ ਸਤਿਗੁਰੂ ਜੀ ਦੀ ਸ਼ਹਾਦਤ ਨੇ ਵੀ ਕ੍ਰਾਂਤੀ ਲਿਆ ਦਿੱਤੀ ਸੀ, 9ਵੇਂ ਪਾਤਸ਼ਾਹ ਦੀ ਨੇ। ਕਰਾਮਾਤਾਂ ਤਾਂ ਅੱਜ ਵੀ ਵਰਤ ਰਹੀਆਂ ਨਾ। ਇਹ ਵੱਖਰੀ ਗੱਲ ਹੈ ਵੀ ਅਸੀਂ ਉਹਨਾਂ ਨੂੰ ਕਿਸ ਸੰਦਰਭ ਵਿੱਚ ਲੈਂਦੇ ਹਾਂ। ਕੋਈ ਕਹਿੰਦਾ ਜੀ ਮੈਂ ਕਰ ਦਿੱਤਾ, ਸਾਡੀ ਜਥੇਬੰਦੀ ਨੇ ਕਰਤਾ। ਕੋਈ ਕਹਿੰਦਾ ਜੀ ਜੇ ਅਸੀਂ ਨਾ ਹੁੰਦੇ ਤਾਂ ਆਹ ਨਹੀਂ ਹੋਣਾ ਸੀ, ਫਲਾਣਾ ਗਦਾਰ ਆ, ਫਲਾਣਾ RSS ਦਾ ਬੰਦਾ। ਇੱਕ ਦੂਜੇ ਉੱਤੇ ਦੋਸ਼, ਆਪਣੇ ਆਪ ਨੂੰ ਚੰਗਾ ਕਰਕੇ ਲੋਕਾਂ ਵਿੱਚ ਪੇਸ਼ ਕਰਨਾ। ਪਰ ਭਾਈ ਇਹ ਸਾਰੀਆਂ ਕਰਾਮਾਤਾਂ ਹੀ ਵਰਤ ਰਹੀਆਂ। ਇਹ ਸਤਿਗੁਰੂ ਦੀ ਕਿਰਪਾ ਹੈ, ਗੁਰੂ ਦੀ ਕਿਰਪਾ ਬਿਨਾਂ ਕੁਝ ਨਹੀਂ ਹੁੰਦਾ। ਰੱਬ ਦੇ ਪਿਆਰੇ ਆ ਨਾ ਜਿਹੜੇ, ਉਹ ਕਰਾਮਾਤ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ, ਲੋਕਾਂ ਨੂੰ ਆਪਣੇ ਪਿੱਛ ਲੱਗੂ ਬਣਾਉਣ ਵਾਸਤੇ ਨਹੀਂ ਦਿਖਾਉਂਦੇ। ਅਚਨਚੇਤ ਕਰਾਮਾਤਾਂ ਵਰਤਦੀਆਂ ਹੀ ਰਹਿੰਦੀਆਂ। ਇੱਕ ਸੰਤ ਮਨੀ ਸਿੰਘ ਜੀ ਹੋਏ ਆ, ਬਠਿੰਡੇ ਜ਼ਿਲ੍ਹੇ ਵਿੱਚ ਪਿੰਡ ਹੈ ਭਾਈ ਕਾ ਦਿਆਲਪੁਰਾ। ਉਹ ਦਿਆਲਪੁਰਾ ਨਗਰ ਸਾਧ ਸੰਗਤ ਜੀ ਉੱਥੇ ਬੜੀ ਕਰਨੀ ਕਮਾਈ ਵਾਲੇ ਇਹ ਮਹਾਂਪੁਰਖ ਸੰਤ ਮਨੀ ਸਿੰਘ ਜੀ ਹੋਏ ਹੈ। ਬੜਾ ਇਹਨਾਂ ਦੀ ਰਸਨਾ ਉੱਤੇ ਪ੍ਰਭ ਜੀ ਵਸੈ ਸਾਧਕੀ ਰਸਨਾ। ਬੜੇ ਸਾਧੂ ਸਨ, ਕਮਾਈ ਵਾਲੇ ਸਾਧ ਸੰਗਤ ਜੀ। ਜਪਜੀ ਸਾਹਿਬ ਦੀ ਇਕੱਲੀ ਪੌੜੀ ਦੀਆਂ ਸਾਧਨਾ ਕੀਤੀਆਂ ਹੋਈਆਂ ਸੀ ਇਹਨਾਂ ਨੇ। ਇਕੱਲੀ ਪੌੜੀ ਦਾ ਜਾਪ ਕਰਕੇ ਬਹੁਤ ਸ਼ਕਤੀਆਂ ਇਹਨਾਂ ਨੂੰ ਪ੍ਰਾਪਤ ਹੋਈਆਂ।
ਆ ਦੁਆਬੇ ਦੀ ਧਰਤੀ ਦੇ ਉੱਤੇ ਇੱਕ ਵਾਰੀ ਆਏ। ਮਾਲਵੇ ਵਿੱਚ ਪਹਿਲਾਂ ਗੰਨਾ ਆਦਿਕ ਫਸਲਾਂ ਨਹੀਂ ਹੁੰਦੀਆਂ ਸੀ, ਹੁਣ ਵੀ ਘੱਟ ਹੀ ਹੁੰਦਾ। ਆ ਦੁਆਬੇ ਵਿੱਚ ਪੁਆਧ ਵਿੱਚ ਇੱਧਰ ਗੰਨਾ ਹੁੰਦਾ ਦੁਆਬੇ ਵਿੱਚ। ਤੋ ਸਾਧ ਸੰਗਤ ਜੀ ਇੱਧਰ ਆਏ, ਸਿੱਖ ਸੇਵਕਾਂ ਦੇ ਸਾਥੀਆਂ ਦੇ ਨਾਲ ਤੁਰੇ ਜਾਂਦੇ ਆ ਮਹਾਤਮਾ ਜੀ, ਨਾਲ ਹੋਰ ਸਾਧੂ ਮਹਾਤਮਾ। ਰਸਤੇ ਵਿੱਚ ਗੰਨੇ ਦਾ ਖੇਤ ਆਇਆ। ਨਾਲ ਵਾਲੇ ਸਾਧੂ ਮਹਾਤਮਾ ਕਹਿੰਦੇ ਸੰਤ ਜੀ, ਕਹਿੰਦੇ ਗੰਨੇ ਬੜੇ ਵਧੀਆ, ਮਨ ਵਿੱਚ ਇੱਛਾ ਚੂਪ ਨਾ ਲਈਏ। ਕਹਿੰਦੇ ਜੀ ਚੂਪ ਲਓ, ਪੱਟ ਲਓ ਇੱਥੋਂ। ਉਹਨਾਂ ਨੇ ਗੰਨੇ ਪੱਟ ਲਏ, ਚੂਪਣ ਲੱਗੇ। ਐਨੇ ਨੂੰ ਜ਼ਿਮੀਂਦਾਰ ਜੱਟ ਆ ਗਿਆ, ਕਹਿੰਦਾ ਖੜ ਜਾਓ ਓਏ ਸਾਧੋ, ਕਿਤੋਂ ਪੁੱਛ ਕੇ ਗੰਨੇ ਪੱਟੇ ਆ ਮੇਰੇ ਖੇਤ ਦੇ ਵਿੱਚੋਂ? ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਖੇਤ ਦੇ ਵਿੱਚੋਂ ਗੰਨਾ ਪੱਟਣ ਦੀ? ਜਦੋਂ ਆਹ ਗੱਲ ਕੀਤੀ, ਸੰਤ ਜੀ ਕਹਿੰਦੇ ਭਾਈ ਜ਼ਿਮੀਂਦਾਰਾ, ਕੌੜਾ ਬਚਨ ਬੋਲਣ ਦੀ ਲੋੜ ਨਹੀਂ। ਜਾ ਕਹਿੰਦੇ ਜੇ ਤੈਨੂੰ ਲੱਗਦਾ ਤੇਰੇ ਖੇਤ ਵਿੱਚੋਂ ਗੰਨੇ ਪੱਟੇ ਆ, ਜਾ ਕੇ ਉਹ ਜਗ੍ਹਾ ਦੇਖ ਲੈ ਵੀ ਜਿੱਥੋਂ ਗੰਨੇ ਪੱਟੇ ਆ ਉੱਥੇ ਉਹ ਉੱਤੋਂ ਇੱਕ ਤਾਂ ਤੋੜ ਕੇ ਸਿੱਟੇ ਹੀ ਹੋਣਾ ਨਾ, ਕੱਚਾ ਆਗ ਤਾਂ ਉੱਤੋਂ ਤੋੜੇ ਹੀ ਹੋਣਾ, ਫੇਰ ਹੀ ਗੰਨਾ ਚੁੱਪਿਆ ਹੋਣਾ ਹੇਠਲੀਆਂ ਪੋਰੀਆਂ। ਜਾ ਕੇ ਦੇਖ। ਜਿਉਂ ਹੀ ਉਹ ਜੱਟ ਉੱਥੇ ਗਿਆ ਜਿੱਥੋਂ ਗੰਨੇ ਪੱਟੇ ਸੀ, ਪਹਿਲਾਂ ਦੇਖ ਕੇ ਗਿਆ ਵੀ ਇੱਥੋਂ ਗੰਨੇ ਪੱਟੇ ਹੋਏ ਹੈ। ਜਦੋਂ ਦੁਬਾਰੇ ਜਾ ਕੇ ਨਜ਼ਰ ਮਾਰੀ, 5 ਰੁਪਈਏ ਪਏ ਮਿਲੇ ਉਹਨੂੰ। ਕੋਈ ਉੱਥੇ ਕੂੜਾ ਨਹੀਂ, ਕੋਈ ਨਾਲੋਂ ਤੋੜਿਆ ਹੋਇਆ ਗੰਨੇ ਦਾ ਹਿੱਸਾ ਨਾ ਉਹਨੂੰ ਮਿਲਿਆ। ਜਦੋਂ ਹੀ 5 ਰੁਪਏ ਚੱਕ ਲਏ ਵੀ ਆਹ ਤਾਂ ਵਧੀਆ ਗੱਲ ਬਣ ਗਈ, ਸੰਤ ਤਾਂ ਜਾਂਦੇ ਜਾਂਦੇ ਬਖਸ਼ਿਸ਼ ਹੀ ਕਰ ਗਏ। ਹੁਣ 5 ਰੁਪਈਆਂ ਦੀ ਉਹਨਾਂ ਵੇਲੇ ਵਿੱਚ ਕੀਮਤ ਬਹੁਤ ਹੁੰਦੀ ਸੀ। ਕਹਿੰਦਾ ਇੰਨਾ ਤਾਂ ਇੱਕ ਕਿਆਰੇ ਦਾ ਮੁੱਲ ਨਹੀਂ ਸੀ ਮਿਲਣਾ ਜਿੰਨਾ ਸੰਤ ਤਾਂ 4-5 ਗੰਨਿਆਂ ਦਾ ਹੀ ਦੇ ਗਏ। ਸੋ ਇਉਂ ਕਰਾਮਾਤਾਂ ਜਿਹੜੀਆਂ ਅਚਨਚੇਤ ਹੀ ਰੱਬ ਦੇ ਪਿਆਰਿਆਂ ਵਿੱਚ। ਇਹੀ ਸੰਤ ਮਣੀ ਸਿੰਘ ਜੀ ਇੱਕ ਵਾਰ ਮਸਤੂਆਣਾ ਸਾਹਿਬ ਸੰਗਰੂਰ ਗਏ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਬੜੇ ਕਰਨੀ ਕਮਾਈ ਵਾਲੇ ਮਹਾਤਮਾ ਹੋਏ ਆ। ਸਾਧ ਸੰਗਤ ਜੀ ਜਦੋਂ ਇਹ ਮਹਾਤਮਾ ਜੀ ਉੱਥੇ ਗਏ ਆ ਤਾਂ ਉੱਥੇ ਸਾਧ ਸੰਗਤ ਜੀ ਇਹਨਾਂ ਨੂੰ ਨਾਲ ਵਾਲੇ ਸਾਥੀ ਸੰਗੀ ਕੁਝ ਸੰਗਤਾਂ ਆਈਆਂ ਪੈਰੋਕਾਰ, ਕਹਿੰਦੇ ਸੰਤ ਜੀ ਕੋਈ ਕਰਾਮਾਤ ਦਿਖਾ ਦਿਓ। ਤਾਂ ਇਹਨਾਂ ਨੇ ਕੀ ਕੀਤਾ, ਆਪਣੇ ਗੜਵੇ ਵਿੱਚ ਹੱਥ ਪਾਇਆ ਕਰਨ, ਚਾਂਦੀ ਦਾ 1 ਰੁਪਈਆ ਕੱਢ ਕੇ ਦੇ ਦਿਆ ਕਰਨ। ਇਉਂ ਜਦੋਂ ਚੱਲਦਾ ਰਿਹਾ ਕੰਮ, ਆ ਸੁਣਦਿਆਂ ਇਹ ਗੱਲ ਸੰਤ ਜੀ ਦੇ ਕੰਨਾਂ ਤੱਕ ਪਹੁੰਚ ਗਈ, ਸੰਤ ਬਾਬਾ ਅਤਰ ਸਿੰਘ ਜੀ ਦੇ। ਜਦੋਂ ਉਹਨਾਂ ਨੇ ਦੇਖਿਆ ਵੀ ਸੰਤ ਮਣੀ ਸਿੰਘ ਆ ਕਿਹੜੇ ਚਾਲੇ ਫੜੀ ਫਿਰਦਾ, ਨਾਲ ਦੀ ਨਾਲ ਉੱਥੇ ਪਹੁੰਚੇ। ਜਾ ਕੇ ਕਹਿੰਦੇ ਸੰਤ ਜੀ ਆ ਕਿਹੜੇ ਕੰਮਾਂ 'ਚ ਲੱਗੇ ਹੋ? ਰੁਪਈਏ ਕੱਢ ਕੇ ਚਾਂਦੀ ਦੇ ਗੜਬੇ ਵਿੱਚੋਂ ਆਪਣੇ ਕਰਮੰਡਲ 'ਚੋਂ ਦੇਈ ਜਾਂਦੇ ਹੋ। ਕਹਿੰਦੇ ਤੁਹਾਨੂੰ ਫੇਰ ਮੰਨਦਾ, ਲੈ ਹੁਣ ਕੱਢ ਕੇ ਦਿਖਾਓ। ਹੁਣ ਗੜਬੇ 'ਚ ਹੱਥ ਪਾਉਂਦੇ ਆ, ਖਾਲੀ ਹੱਥ ਬਾਹਰ ਨਿਕਲ ਆਉਂਦਾ, ਫੇਰ ਪਾਉਂਦੇ ਆ ਫੇਰ ਖਾਲੀ ਹੱਥ। ਕੋਈ ਮੰਤਰ ਨਾ ਚੱਲੇ, ਕੋਈ ਰਿੱਧੀ ਸਿੱਧੀ ਕੰਮ ਨਾ ਕਰੇ। ਹਾਰ ਕੇ ਮਾਫੀ ਮੰਗਣੀ ਪਈ ਸੰਤ ਅਤਰ ਸਿੰਘ ਜੀ ਤੋਂ। ਸੰਤਾਂ ਨੇ ਸਮਝਾਇਆ, ਭਾਈ ਆ ਦੁਨੀਆ ਨੂੰ ਮਗਰ ਲਾਉਣ ਵਾਸਤੇ ਆਪਾਂ ਭਗਤੀ ਨਹੀਂ ਕਰਦੇ, ਇਹ ਤਾਂ ਅਸੀਂ ਵਾਹਿਗੁਰੂ ਦਾ ਪ੍ਰੇਮ ਪਾਉਣ ਵਾਸਤੇ ਭਗਤੀ ਕੀਤੀ ਹੈ। ਰਿੱਧੀਆਂ ਸਿੱਧੀਆਂ ਕਿਹੜੀ ਗੱਲ ਹੈ, ਤਾਂ ਆਮ ਸਿੱਖਾਂ ਦੇ ਕੋਲ ਆ ਹੀ ਜਾਂਦੀਆਂ। ਰੱਬ ਦੇ ਪਿਆਰਿਆਂ ਦੀ ਰਸਨਾ ਤੇ ਉੱਤੇ ਇਹ ਰਿੱਧੀਆਂ ਸਿੱਧੀਆਂ ਆਮ ਹੀ ਵਸ ਜਾਂਦੀਆਂ ਆ ਕੇ। ਇਸ ਕਰਕੇ ਰਿੱਧੀਆਂ ਸਿੱਧੀਆਂ ਨਹੀਂ। ਸਭ ਕੁਝ ਹੁੰਦਿਆਂ ਵੀ ਰਿੱਧੀ ਸਿੱਧੀ ਨੂੰ ਨਾ ਵਰਤਣਾ ਇਹ ਗੁਰੂ ਕੇ ਸਿੱਖਾਂ ਦਾ ਪਰਮ ਕਰਤੱਵ ਹੈ। ਆ ਕਸ਼ਮੀਰ ਸ਼੍ਰੀਨਗਰ ਦੇ ਵੱਲ ਭਾਈ ਗੜੀਆ ਜੀ ਨੂੰ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਨਾ, ਉੱਥੇ ਸ਼ਾਈ ਮੀਆਂ ਦੌਲੇ ਸ਼ਾਹ ਇਹਨਾਂ ਨੂੰ ਮਿਲਿਆ। ਬੜਾ ਕਰਨੀ ਕਮਾਈ ਵਾਲਾ ਮਹਾਤਮਾ ਸੀ ਉਹ ਵੀ। ਜਦੋਂ ਵੇਖਿਆ ਵੀ ਗੁਰੂ ਕਾ ਸਿੱਖ ਭਾਵਨਾ ਵਾਲਾ ਸੰਤ ਆਇਆ ਭਾਈ ਗੜੀਆ, ਤਾਂ ਸਾਧ ਸੰਗਤ ਜੀ ਇਹਨੇ ਬੜਾ ਆਦਰ ਸਤਿਕਾਰ ਕੀਤਾ। ਸੁਖਮਨੀ ਸਾਹਿਬ ਦਾ ਪਾਠ ਭਾਈ ਗੜੀਆ ਜੀ ਬੜੇ ਪ੍ਰੇਮ ਨਾਲ ਕਰਦੇ ਐ, ਮੀਆਂ ਦੌਲੇ ਸ਼ਾਹ ਬੜੇ ਪ੍ਰੇਮ ਨਾਲ ਸੁਣਦਾ। ਹਾਲਾਂਕਿ ਤੁਰਕ ਸੀ, ਮੁਗਲ ਸੀ, ਮੁਸਲਮਾਨ ਸੀ, ਪਰ ਫਿਰ ਵੀ ਗੁਰੂ ਕੀ ਬਾਣੀ ਦੇ ਪ੍ਰੇਮੀ ਜਿਹੜੇ ਆ ਭਾਈ, ਰੱਬ ਦੇ ਪ੍ਰੇਮੀ, ਉਹਨਾਂ ਵਾਸਤੇ ਕੋਈ ਆਜ਼ਾਦ ਧਰਮ ਮਾਇਨੇ ਨਹੀਂ ਰੱਖਦੀ, ਰੱਬ ਦੀ ਗੱਲ ਹੋਣੀ ਚਾਹੀਦੀ ਆ। ਬੜਾ ਸੰਗਤਾਂ ਨੇ ਆਦਰ ਸਤਿਕਾਰ ਕੀਤਾ। ਜਦੋਂ ਜਾਣ ਲਿਆ ਵੀ ਕਰਨੀ ਕਮਾਈ ਵਾਲਾ ਸੰਤ ਹੈ ਭਾਈ ਗੜੀਆ, ਜਿਸ ਦਿਨ ਭਾਈ ਸਾਹਿਬ ਜੀ ਅੱਗੇ ਸ੍ਰੀਨਗਰ ਨੂੰ ਜਾਣ ਲੱਗੇ ਨਾ, ਸੰਗਤਾਂ ਨੇ ਦੂਰ ਤੱਕ ਜਾ ਕੇ ਵਿਦਾਇਗੀ ਦਿੱਤੀ। ਇਹਦੇ ਮਨ ਵਿੱਚ ਮੀਆਂ ਦੌਲੇ ਸ਼ਾਹ ਦੇ ਭਾਵਨਾ ਆਈ ਕਿ ਰੱਬ ਦਾ ਪਿਆਰਾ ਸਤਿਗੁਰੂ ਜੀ ਦਾ ਬੜਾ ਅਨੰਨ ਸਿੱਖ ਹੈ, ਬੜਾ ਮਹਾਨ ਸੰਤ ਹੈ, ਥੋੜਾ ਸਮਾਂ ਇਹਨਾਂ ਦੀ ਸੰਗਤ ਹੋਰ ਕਰਾਂ। ਕਹਿੰਦਾ ਸੰਤ ਜੀ ਥੋੜੀ ਦੇਰ ਹੋਰ ਆਗਿਆ ਦਿਓ ਤਾਂ ਅਗਲੀ ਮੰਜ਼ਿਲ ਤੱਕ ਤੁਹਾਡੇ ਨਾਲ ਤੁਰਦਾ ਬਣਾ, ਕੋਈ ਰੱਬ ਦੀ ਗੁਰੂ ਘਰ ਦੀ ਗੱਲ ਸੁਣਾ ਦਿਓ। ਭਾਈ ਗੜੀਆ ਜੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਜਾਂਦੇ, ਸਾਈਂ ਮੀਆਂ ਦੌਲੇ ਸ਼ਾਹ ਪਿੱਛੇ ਉਹਨਾਂ ਦੀ। ਨਜ਼ਰ ਪਈ ਸਾਈਂ ਜੀ ਦੀ ਕਿ ਭਾਈ ਗੜੀਆ ਜੀ ਦੀ ਜੁੱਤੀ ਟੁੱਟੀ ਹੋਈ ਆ, ਉਹ ਠਿੱਬੀ ਜੁੱਤੀ ਦੇ ਵਿੱਚੋਂ ਨਾਲ ਜੁੱਤੀ ਦੇ ਲੱਗ ਕੇ ਮਿੱਟੀ ਰੇਤਾ
ਭਾਈ ਗੜੀਆ ਜੀ ਦੀਆਂ ਖੁੱਚਾਂ ਤੇ ਲੱਤਾਂ ਤੇ ਪਵੇ। ਜਦੋਂ ਆਹ ਹਾਲ ਦੇਖਿਆ ਨਾਲ ਦੀ ਨਾਲ ਮਨ ਦੇ ਵਿੱਚ ਕੁਝ ਸ਼ੰਕਾ ਜੀ ਆ ਗਈ ਸਾਈਂ ਦੌਲੇ ਸ਼ਾਹ ਦੇ। ਕਹਿੰਦਾ ਗੁਰੂ ਕਾ ਇੰਨਾ ਬ੍ਰਹਮ ਗਿਆਨੀ ਬਾਣੀ ਪੜ੍ਹਨ ਵਾਲਾ ਹੋਵੇ ਸਿੱਖ, ਇਹਦੀ ਜੁੱਤੀ ਟੁੱਟੀ ਹੋਈ ਆ। ਉਹ 3 ਦਿਨ ਹੋ ਗਏ ਮੇਰੇ ਕੋਲੇ ਰਿਹਾ, ਮੈਂ ਖਿਆਲ ਹੀ ਨਾ ਕੀਤਾ ਨਵੀਂ ਜੁੱਤੀ ਲੈ ਕੇ ਦੇ ਦਿੰਦਾ। ਮਹਾਰਾਜ ਨੂੰ ਚਾਹੀਦਾ ਸੀ ਇਹਨੂੰ ਐਡੀ ਦੂਰ ਭੇਜਣਾ ਸੀ ਸਿੱਖ ਨੂੰ, ਆ ਜੁੱਤੀ ਤਾਂ ਨਵੀਂ ਪਵਾ ਕੇ ਭੇਜ ਦਿੰਦੇ। ਜਦੋਂ ਆਹ ਵਿਚਾਰ ਮਨ ਵਿੱਚ ਆਇਆ, ਭਾਈ ਗੜੀਆ ਜੀ ਨੇ ਵੀ ਜਾਣ ਲਿਆ, ਬ੍ਰਹਮ ਗਿਆਨੀ ਸੀ ਨਾ, ਮਨ ਦੀ ਜਾਣ ਲਈ ਗੱਲ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ। ਮਨ ਦੀ ਗੱਲ ਜਾਣ ਲਈ ਵੀ ਸਾਈਂ ਮੀਆਂ ਸ਼ਾਹ ਹੈ ਤਾਂ ਭਗਤੀ ਵਾਲਾ, ਪਰ ਆ ਗੁਰੂ ਦੇ ਉੱਤੇ ਸ਼ੰਕਾ ਕਰੀ ਜਾਂਦਾ, ਇਹਦਾ ਸ਼ੰਕਾ ਦੂਰ ਕਰਨਾ ਚਾਹੀਦਾ। ਰਸਤੇ 'ਚ ਜਾਂਦਿਆਂ ਇੱਕ ਉਜਾੜ ਆਇਆ, ਰੋੜਾਂ ਵਾਲੀ ਧਰਤੀ ਆਈ ਨਾ ਜਿਸ ਵੇਲੇ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੇ, ਵਰਦਾ ਹੈ ਅੰਮ੍ਰਿਤ ਬ੍ਰਹਮ ਗਿਆਨੀ ਦੀ ਨਜ਼ਰ ਦੇ ਵਿੱਚ। ਸਾਧ ਸੰਗਤ ਜਦੋਂ ਨਜ਼ਰ ਮਾਰੀ ਨਾ ਭਾਈ ਗੜੀਆ ਜੀ ਨੇ, ਉਹ ਸਾਰੇ ਰੋੜ ਨਾ ਸੋਨੇ ਦੇ ਬਣ ਗਏ, ਸਾਰੀ ਧਰਤੀ ਦਾ ਰੰਗ ਪਲਟ ਕੇ ਰੱਖਤਾ, ਸੋਨੇ ਦੀ ਬਣਾਤੀ। ਦੌਲੇ ਸ਼ਾਹ ਦੇਖਦਾ ਵੀ ਆਹ ਧਰਤੀ ਤੇ ਤਾਂ ਪਹਿਲਾਂ ਮੈਂ ਵੀ ਆਉਂਦਾ ਰਿਹਾ, ਇਹੋ ਜਿਹੀ ਤਾਂ ਨਹੀਂ ਸੀ। ਉਸੇ ਵੇਲੇ ਪਤਾ ਲੱਗਿਆ ਵੀ ਇਹ ਤਾਂ ਭਾਈ ਗੜੀਆ ਜੀ ਨੇ ਕਰਾਮਾਤ ਵਰਤਾਤੀ, ਭੱਜ ਕੇ ਚਰਨੀ ਪੈ ਗਿਆ। ਕਹਿੰਦਾ ਮਹਾਂਪੁਰਖੋ ਬਖਸ਼ ਲਓ, ਐਵੇਂ ਮਨ ਵਿੱਚ ਸ਼ੰਕਾ ਆ ਗਈ ਸੀ, ਗੁਰੂ ਉੱਤੇ ਵੀ ਸ਼ੰਕਾ ਕਰ ਬੈਠਾ। ਆਪ ਜੀ ਕਿਰਪਾ ਕਰੋ, ਮੇਰੀ ਆ ਭੁੱਲ ਦੀ ਖਿਮਾ ਬਖਸ਼ੋ ਤੇ ਗੁਰੂ ਤੋਂ ਵੀ ਜਾ ਕੇ ਜ਼ਰੂਰ ਬਖਸ਼ਾ ਦਿਓ। ਇਉਂ ਸਾਧ ਸੰਗਤ ਜੀ ਜਿਹੜੇ ਰੱਬ ਦੇ ਪਿਆਰੇ ਆ ਨਾ, ਉਹ ਕਰਾਮਾਤਾਂ ਆਪਣੇ ਵਾਸਤੇ ਨਹੀਂ, ਰੱਖ ਗਰੀਬੀ ਵੇਸ, ਗਰੀਬੀ ਵੇਸ ਦੇ ਵਿੱਚ ਹੀ ਭਾਈ ਗੜੀਆ ਜੀ ਰਹੇ, ਪਰ ਹੈ ਨੂੰ ਸਭ ਕੁਝ ਕਰਨ ਦੇ ਸਮਰੱਥ। ਧਰਤੀ ਨੂੰ ਜਿਹੜਾ ਰੱਬ ਦਾ ਪਿਆਰਾ ਸੋਨੇ ਦੀ ਬਣਾ ਸਕਦਾ, ਕਿ ਉਹ ਜੁੱਤੀ ਨਹੀਂ ਸੀ ਖਰੀਦ ਸਕਦਾ? ਇਉਂ ਉਹਦੇ ਮਨ ਦਾ ਸ਼ੰਕਾ ਦੂਰ ਕੀਤਾ। ਸੋ ਸਾਧ ਸੰਗਤ ਜੀ ਕਰਾਮਾਤਾਂ ਗੁਰੂ ਘਰ ਦੇ ਵਿੱਚ ਅਚਨਚੇਤ ਬਹੁਤ ਵਰਤਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਵੀ ਇਹਨਾਂ ਕਰਾਮਾਤਾਂ ਤੋਂ ਵਰਜਿਆ, ਭਾਈ ਆਪਣੀ ਪੂਜਾ ਵਾਸਤੇ ਕਰਾਮਾਤ ਨਹੀਂ ਦਿਖਾਉਣੀ। ਸੋ ਇਹ ਕਰਾਮਾਤਾਂ ਕਿਸੇ ਦੇ ਭਲੇ ਵਾਸਤੇ ਵਰਤੀਆਂ ਜਾਣ, ਉੱਥੇ ਠੀਕ ਹੈ। ਔਰ ਸਭ ਤੋਂ ਵੱਡੀ ਕਰਾਮਾਤ ਸਤਿਗੁਰੂ ਜੀ ਕਹਿੰਦੇ ਆ ਸ੍ਰੀ ਸਾਹਿਬ ਕਿਰਪਾਨ ਹੈ। ਇਸ ਕਿਰਪਾਨ ਦੇ ਨਾਲ, ਇਸ ਦੀ ਕਿਰਪਾ ਦੇ ਨਾਲ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਕਿੰਨੀਆਂ ਜੰਗਾਂ ਅਸੀਂ ਜਿੱਤਿਆਂ। ਇਹ ਬਹੁਤ ਵੱਡੀ ਕਰਾਮਾਤ ਹੈ। ਰਾਜ ਤਖਤ ਪਲਟ ਸਕਦੀ ਹੈ, ਬੰਦੇ ਦੇ ਸਾਹਮਣੇ ਵਾਲੇ ਬੰਦੇ ਦੇ ਮਨ ਦੇ ਵਿਚਾਰਾਂ ਨੂੰ ਬਦਲ ਸਕਦੀ ਹੈ। ਜਦੋਂ ਸ਼ਸਤਰ ਸਿੱਧਾ ਕੀਤਾ ਹੋਵੇ, ਬੰਦਾ ਮੰਨਦਾ ਨਾ ਹੋਵੇ ਨਾ, ਨਾਲ ਦੀ ਨਾਲ ਸਾਈਨ ਕਰ ਦਿੰਦਾ, ਜਿੱਥੇ ਮਰਜ਼ੀ ਕਰਾ ਲਓ ਮੈਥੋਂ, ਜਿੱਥੇ ਮਰਜ਼ੀ ਅੰਗੂਠਾ ਛੱਡ ਦੋਵੇਂ ਹੱਥ ਲਵਾ ਲਓ। ਸੋ ਸ਼ਸਤਰ ਜਿਹੜੇ ਬਹੁਤ ਵੱਡੀ ਕਰਾਮਾਤ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਸੈਯਦ ਦੇ ਸਵਾਲਾਂ ਦਾ ਜਵਾਬ ਦੇ ਕੇ, ਖਾਨਾ ਜਿਹੜਾ ਬੜਾ ਧਰਮੀ ਪੁਰਸ਼ ਸੀ, ਉਸ ਨੂੰ ਨਿਹਾਲ ਕਰਦੇ ਹੋਏ ਆਪਣੇ ਡੇਰੇ ਜਾ ਬਰਾਜੇ। ਰਹਿੰਦਾ ਪ੍ਰਸੰਗ ਜਿਵੇਂ ਅਗਲੀ ਸਾਖੀ ਆਵੇਗੀ। ਕੱਲ ਦੇ ਦੀਵਾਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ, ਆਪਾਂ ਨੂੰ ਸਮਾਂ ਬਖਸ਼ਣਗੇ, ਆਪ ਵਿਚਾਰ ਕਰਾਉਣਗੇ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਵਿੱਚ ਹਾਜ਼ਰੀ ਲਵਾਈਏ। ਉਤਰ ਤੁਰੰਗਮਤੀ ਪ੍ਰਭ ਸ੍ਰੀ ਰੋਚਰ ਪਰਯੰਕ ਪੌੜਬੋ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।